ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਹੈਗਾ ਸ਼ੁੱਕਰਵਾਰ ਤੇ ਤਰੀਕ ਹੈ 29 ਅਪ੍ਰੈਲ। ਸੋ ਪ੍ਰੋਗਰਾਮ ਨੂੰ ਆਗਾਜ਼ ਕਰਨ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਚੱਲਦੇ ਹੋਏ ਤੁਹਾਨੂੰ ਦੱਸ ਦਈਏ ਕਿ ਵਾਸ਼ਿੰਗਟਨ ਫਰੇਟ ਸਰਵਿਸ ਵੱਲੋਂ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕੀਤੇ ਜਾ ਰਹੇ ਨੇ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਸਰਦਾਰ ਬਲਵੀਰ ਸਿੰਘ ਉਸਮਾਨਪੁਰ, ਹਰਜਾਪ ਸਿੰਘ ਅਤੇ ਭਰਪੂਰ ਸਿੰਘ ਵੱਲੋਂ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਲਿਸਨਰਸ ਤੇ ਜਗਜੀਤ ਸਿੰਘ ਲੰਡਨ। ਢਿੱਲੋਂ ਸਾਹਿਬ, ਖੁਲਾਸਾ ਤਾਂ ਆਪਾਂ ਕਰਾਂਗੇ, ਵਾਅਦਾ ਕੀਤਾ ਸੀ ਆਪਣੇ ਸਰੋਤਿਆਂ ਦੇ ਨਾਲ ਕਿ ਬਿਜਲੀ ਬੋਰਡ ਦੇ ਵਿੱਚ ਕੀ ਹੋਇਆ ਸੀਗਾ ਅਤੇ ਬੜੇ ਕਮੈਂਟਸ ਵੀ ਆਏ ਸੀ ਵੀ ਭਾਈ ਤੁਸੀਂ ਚੁੱਪ ਕਰ ਗਏ, ਅਤੇ ਉਹ ਆਪਾਂ ਅੱਗੇ ਖਬਰ ਕਰਦੇ ਹਾਂ। ਪਰ ਅੱਜ ਇੱਕ ਉਮੀਦ ਨਹੀਂ ਸੀ ਵੀ ਪੰਜਾਬ ਦੇ ਵਿੱਚ ਵੀ ਅਜਿਹੀ ਘਟਨਾ ਵਾਪਰੂਗੀ ਜੋ ਪਟਿਆਲੇ ਦੇ ਵਿੱਚ ਹੋਈ। ਬਹੁਤ ਤੱਤੀਆਂ ਠੰਡੀਆਂ ਹਵਾਵਾਂ ਪੰਜਾਬ ਨੇ ਝੱਲ ਲਈਆਂ, ਪਰ ਜੋ ਅੱਜ ਪਟਿਆਲੇ ਦੇ ਵਿੱਚ ਹੋਇਆ, ਜਿਹਨੂੰ ਆਪਾਂ ਦੋ ਫਿਰਕਿਆਂ ਦੇ ਵਿੱਚ ਸਿੱਧਾ ਤਣਾਅ ਅਤੇ ਆਪਸ ਵਿੱਚ ਟਕਰਾਓ ਹੋਇਆ ਜਿਹੜਾ, ਇਹ ਸ਼ਾਇਦ ਪੰਜਾਬ ਦੇ ਵਿੱਚ ਪਹਿਲਾਂ ਨਹੀਂ ਹੋਇਆ ਸੀ। ਠੀਕ ਹੈ, ਜਿਹੜੇ ਕੁਛ ਅਨਸਰ ਨੇ ਉਹ ਹਮੇਸ਼ਾ ਹੀ ਸਿਕਿਉਰਿਟੀ ਲੈਣ ਦੇ ਲਈ ਭੜਕਾਊ ਗੱਲਾਂ, ਜਿਹਨੂੰ ਆਪਾਂ ਕਹਿੰਦੇ ਕਰਦੇ ਰਹਿੰਦੇ ਹਾਂ ਕਿ ਘੰਗੂਰੇ ਮਾਰਦੇ ਰਹਿੰਦੇ ਆ ਜਦੋਂ ਕਿਸੇ ਦੇ ਬਾਹਰ ਪਾਉਂਦੀ ਲੰਘਦੇ ਆ। ਦਾਨੇਵਾਲੀਆ ਸਾਹਿਬ, ਜਦੋਂ ਬੀਤੇ ਤੇ ਨਜ਼ਰ ਮਾਰਦੇ ਆ ਜੀ, ਜਾਂ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਕਾਲੇ ਦੌਰ ਦਾ ਸੰਤਾਪ ਹੰਢਾਇਆ ਹੈ, ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਪਹਿਲਾਂ ਵੀ ਜਿਹੜੀ ਛਿੰਝੜੀ ਹੈ ਜੀ, ਉਹ ਛਿੰਝੜੀ ਦੀ ਸ਼ੁਰੂਆਤ ਪਟਿਆਲੇ ਤੋਂ ਹੀ ਹੋਈ ਸੀ। ਅੱਛਾ, ਪਹਿਲਾਂ ਹੀ ਪਟਿਆਲੇ ਤੋਂ ਹੀ ਹੋਈ? ਪਹਿਲਾਂ ਦੀ ਪਟਿਆਲੇ ਤੋਂ। ਇਹ 80ਵੀਂ ਦੀ ਗੱਲ ਹੈ ਜੀ। ਇੰਡੀਆ ਟੂਡੇ ਦੇ ਵਿੱਚ ਇੱਕ ਸਟੋਰੀ ਵੀ ਲੱਗੀ ਸੀ। ਇਸ ਦੁਨੀਆ ਦੇ ਵਿੱਚ ਉਹ ਲੀਡਰ ਹੈ ਨਹੀਂ ਜੀ, ਜਿਸ ਲੀਡਰ ਦਾ ਨਾਂ ਵੀ ਲਿਖਿਆ ਸੀ ਕਿ ਇਹਦਾ ਸੂਤਰਧਾਰ ਉਹ ਲੀਡਰ ਸੀ ਜੀ। ਉਦੋਂ ਕੀ ਹੋਇਆ ਸੀ, ਪਟਿਆਲੇ ਦੇ ਜਿਹੜੇ ਮੰਦਿਰ ਹੈ ਉਹਨਾਂ ਮੰਦਿਰਾਂ ਦੇ ਵਿੱਚ ਗਊਆਂ ਦੀਆਂ ਪੂਛਾਂ ਜੀ ਤੇ ਗਊਆਂ ਦੇ ਸਿੰਘ ਸੁੱਟੇ ਗਏ ਸੀ ਜੀ। ਜਿਹੜੇ ਗੁਰਦੁਆਰਾ ਸਾਹਿਬਾਨ ਹੈ, ਗੁਰਦੁਆਰਿਆਂ ਦੇ ਵਿੱਚ ਸਿਰਗਟਾਂ ਤੇ ਬੀੜੀਆਂ ਦੇ ਵੰਡਲ ਸੁੱਟੇ ਗਏ ਸੀ। ਉੱਥੋਂ ਤਣਾਅ ਪੈਦਾ ਹੋਇਆ ਸੀ। ਪਟਿਆਲੇ ਦੀ ਜਦੋਂ ਅਸੀਂ ਆਬਾਦੀ ਦਾ ਸਿਸਟਮ ਦੇਖਦੇ ਹਾਂ ਕਿ ਉੱਥੇ ਕਿਸ ਕਿਸਮ ਦੀ ਆਬਾਦੀ ਹੈ, ਤਸੀਰ ਗਿਣਦੇ ਉੱਥੋਂ। ਤਸੀਰ ਆਬਾਦੀ ਦਾ ਮਤਲਬ ਕਰੈਕਟਰ ਦੇਖਦੇ, ਪੰਜਾਬੀ ਤਸੀਰ ਵੀ ਕਹਿ ਦਿੰਦੇ, ਤਸੀਰ ਵੀ ਕਹਿੰਦੇ ਉਹ ਕੀ ਹੈ। ਇੱਕ ਉਹ ਲੋਕ ਹੈ ਜਿਹੜੇ ਪਟਿਆਲੇ ਦੇ ਮੂਲ ਨਿਵਾਸੀ ਹੈ ਜੀ। ਇੱਕ ਉਹ ਵੱਡਾ ਤਬਕਾ ਹੈ ਜਿਹੜਾ ਤਬਕਾ 1947 ਦੇ ਵਿੱਚ ਮਾਈਗ੍ਰੇਟ ਕਰਕੇ ਪਾਕਿਸਤਾਨ ਚੋਂ ਪਟਿਆਲੇ ਆਇਆ ਸੀ। ਉਸ ਵੇਲੇ ਆਬਾਦੀ ਦਾ ਤਬਾਦਲਾ ਹੋਇਆ ਸੀ। ਆਪਾਂ ਇਸ ਦੁਖਾਂਤ ਤੇ ਬੜੇ ਵਾਰੀ ਗੱਲ ਕੀਤੀ ਹੈ ਕਿ ਦੇਸ਼ ਵੰਡੇ ਜਾਂਦੇ ਹੈ, ਦੁਨੀਆ ਵੰਡੀ ਜਾਂਦੀ ਹੈ, ਲੇਕਿਨ ਆਬਾਦੀ ਨਹੀਂ ਵੰਡੀ ਜਾਂਦੀ। ਤੇ ਭਾਰਤ ਦਾ ਦੁਖਾਂਤ, ਪੰਜਾਬ ਦਾ ਦੁਖਾਂਤ ਇਹ ਹੈ ਕਿ ਇੱਥੇ 1947 ਚ ਦੇਸ਼ ਦੇ ਬਟਵਾਰੇ ਦੇ ਨਾਲ ਨਾਲ ਆਬਾਦੀ ਦਾ ਬਟਵਾਰਾ ਵੀ ਹੋਇਆ ਸੀ। ਜਿਹੜੇ ਇੱਧਰ ਮੁਸਲਮਾਨ ਭਰਾ ਬੈਠੇ ਸੀ, ਇਹਨਾਂ ਨੂੰ ਉਧਰਲੇ ਪਾਸੇ ਜਾਣ ਲਈ ਮਜਬੂਰ ਹੋਣਾ ਪਿਆ। ਉਧਰਲੇ ਪਾਸੇ ਜਿਹੜੇ ਹਿੰਦੂ ਤੇ ਸਿੱਖ ਬੈਠੇ ਸੀ, ਉਹਨਾਂ ਨੂੰ ਇੱਧਰ ਆਉਣ ਲਈ ਮਜਬੂਰ ਹੋਣਾ ਪਿਆ। ਔਰ ਉਸ ਵੇਲੇ ਜਿਹੜਾ ਹੈਗਾ 10 ਲੱਖ ਲੋਕਾਂ ਦੀ ਬਰਬਾਦੀ ਹੋਈ ਸੀ। ਕਾਰੋਬਾਰ ਤਾਂ ਬਰਬਾਦ ਹੋਇਆ 10 ਲੱਖ ਲੋਕਾਂ ਦੀ ਬਰਬਾਦੀ ਹੋਈ ਸੀ। ਤੇ ਤੁਸੀਂ ਫਿਰ ਦੇਖੋ ਕਿ ਉਸ ਵੇਲੇ ਦੀਆਂ ਜਿਹੜੀਆਂ ਲੋਕਾਂ ਨੇ ਲਿਖੀਆਂ ਹੋਈਆਂ ਲਿਖਤਾਂ, ਉਹ ਲਿਖਤਾਂ ਉਹਦੀਆਂ ਗਵਾਹ, ਤੇ ਅੱਜ ਤੱਕ ਉਹ ਚਿੱਤਰ ਨੂੰ ਯਾਦ ਜਿਹੜਾ ਹੈਗਾ ਦੁਬਾਰਾ ਦਿਮਾਗ ਦੇ ਜ਼ਿਹਨ ਦੇ ਵਿੱਚ ਉਹ ਅਸਰ ਪਾਉਂਦੇ। ਸਰਦਾਰ ਖੁਸ਼ਵੰਤ ਸਿੰਘ ਬਹੁਤ ਵੱਡੇ ਰਾਈਟਰ ਹੋਏ ਹੈ ਜੀ, ਭਾਰਤ ਦੇ ਬਹੁਤ ਵੱਡੇ ਰਾਈਟਰ ਹੈ। ਪੰਜਾਬ ਦੇ ਪੰਜਾਬੀਅਤ ਦੇ ਵੀ ਆਪਾਂ ਕਹਿ ਦਈਏ ਤੇ ਇੱਕ ਸਿੱਖ ਸਕਾਲਰ ਦੇ ਤੌਰ 'ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਉਹਨਾਂ ਨੇ ਇੱਕ ਨਾਵਲ ਲਿਖਿਆ ਸੀ ਟ੍ਰੇਨ ਟੂ ਪਾਕਿਸਤਾਨ, ਔਰ ਉਹਦੇ 'ਤੇ ਫਿਰ ਬਾਅਦ ਵਿੱਚ ਇੱਕ ਫਿਲਮ ਵੀ ਬਣੀ ਸੀ ਟ੍ਰੇਨ ਟੂ ਪਾਕਿਸਤਾਨ। ਉਸ ਫਿਲਮ ਦੇ ਵਿੱਚ ਉਹ ਸਾਰਾ ਵਰਣਨ ਕੀਤਾ ਹੋਇਆ ਹੈ। ਜਿਹੜੇ ਲੋਕ ਉੱਧਰੋਂ ਉਜੜ ਕੇ ਆਏ ਸੀ ਜੀ, ਉਹਨਾਂ ਲੋਕਾਂ ਦੇ ਵਿੱਚ ਇੱਕ ਕਿਸਮ ਦੀ ਡਰ ਦੀ ਭਾਵਨਾ ਹੈ। ਜਿਹੜੇ ਲੋਕ ਇੱਧਰੋਂ ਉਜੜ ਕੇ ਗਏ ਸੀ ਉਹਨਾਂ ਦੀ ਡਰ ਦੀ ਭਾਵਨਾ ਹੈ। ਸਾਡੇ ਜਿਹੜੇ ਉੱਧਰੋਂ ਲੋਕ ਆਏ ਸੀ, ਉਹਨਾਂ ਨੂੰ ਇੱਥੇ ਆ ਕੇ ਬਹੁਤ ਲੰਬਾ ਸਮਾਂ ਲੱਗਿਆ ਲੋਕਾਂ ਦੇ ਵਿੱਚ ਐਡਜਸਟ ਹੋਣ ਦੀ। ਪਰਿਸਥਿਤੀਆਂ ਨੇ, ਹਾਲਾਤਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਉਹਨਾਂ ਨੂੰ ਬੜੇ ਭਿਆਨਕ ਹਾਲਾਤਾਂ 'ਚੋਂ ਗੁਜ਼ਰਨਾ ਪਿਆ। ਮੈਂ ਤੁਹਾਨੂੰ ਆਪਣੇ ਹੀ ਪਰਿਵਾਰ ਨਾਲ ਸੰਬੰਧਿਤ ਇੱਕ ਕਹਾਣੀ ਸੁਣਾਉਣੀ ਚਾਹੁੰਦਾ ਜੀ। ਸਾਡੇ ਪਿੰਡ ਦੇ ਵਿੱਚ ਮੁਸਲਮਾਨ ਕਾਫੀ ਗਿਣਤੀ ਦੇ ਵਿੱਚ ਬੈਠੇ ਸੀ।
ਮੇਰੇ ਗ੍ਰੈਂਡਫਾਦਰ ਨੇ ਜੀ ਉਹ ਪਟੜੀ ਫੇਰ ਸੀ, ਹੂੰ ਜੋ ਦੇਖਿਆ ਕਿ ਗੜਬੜ ਹੋ ਗਈ ਤੇ ਹੁਣ ਕਰੀਏ ਕੀ। ਹੂੰ ਉਹਨਾਂ ਨੇ ਮੁਸਲਮਾਨ ਭਾਈਚਾਰੇ ਨੂੰ ਇੱਕ ਨੌਰੇ ਦੇ ਵਿੱਚ, ਜਿਹਨੂੰ ਅਸੀਂ ਬਾੜਾ ਵੀ ਕਹਿ ਦਿੰਦੇ ਹਾਂ, ਉੱਥੇ ਇਕੱਤਰ ਕਰ ਲਿਆ। ਜੀ ਸੋਚਿਆ, ਇਹ ਸੋਚ ਉਹਨਾਂ ਦੀ ਇਹ ਸੀ ਕਿ ਜਦੋਂ ਪਛਾਣ ਤੋਂ ਡਾਗਲਾ ਆਊਗਾ ਹੂੰ ਕਿਸੇ ਜੱਥੇ ਦੇ ਨਾਲ ਇਹਨਾਂ ਨੂੰ ਜੋੜ ਦਾਂਗੇ ਤੇ ਇਕੱਠੇ ਲੋਕ ਜਿਹੜੇ ਸ਼ਾਇਦ ਇਹਨਾਂ ਦਾ ਜਾਨੀ ਨੁਕਸਾਨ ਨਾ ਜੀ। ਹੋਵੇ। ਦਾਨੇਵਾਲੀਆ ਸਾਹਿਬ ਇਹ ਬਠਿੰਡੇ ਵਾਲੇ ਪਾਸੋਂ ਜਦੋਂ ਇੱਕ ਵੱਡਾ ਜਥਾ ਗਿਆ ਹੂੰ ਤਾਂ ਉਸ ਜਥੇ ਦੇ ਨਾਲ ਉਹਨਾਂ ਨੂੰ ਰੋਕ ਕੇ ਉਹਨਾਂ ਨੇ ਕਿਹਾ, ਭਾਈ ਆ ਵੀ ਤੁਹਾਡਾ ਭਾਈਚਾਰਾ, ਇਹਨਾਂ ਨੂੰ ਨਾਲ ਲੈ ਜਾਓ। ਜੀ। ਜਦੋਂ ਉਜੜੇ ਹੋਣ ਲੋਕ ਤੇ ਖਤਰਾ ਹੋਵੇ ਤੇ ਖਤਰੇ ਦੇ ਮਾਰੇ ਫਿਰ ਤੁਹਾਨੂੰ ਪਤਾ ਵੀ ਨੇੜਤਾ ਹੁੰਦੀ ਹੈ, ਉਦੋਂ ਕੋਈ ਆਪਣਾ ਬਗਾਨਾ ਨਹੀਂ ਹੁੰਦਾ। ਹੂੰ ਉਹ ਕਹਿੰਦੇ ਆਓ ਚੱਲੀਏ, ਠੀਕ ਹੈ, ਨਾਲ ਤੁਰ ਪਏ। ਜਿਹੜਾ ਸਾਡੇ ਪਿੰਡ ਵਾਲੇ ਮੁਸਲਮਾਨਾਂ ਦਾ ਹੈੱਡ ਸੀ, ਜੀ ਦਾਦੇ ਮੇਰੇ ਨੇ ਉਹਨੂੰ ਇੱਕ 12 ਬੋਰ ਦਾ ਦੇਸੀ ਪਿਸਤੌਲ ਹੂੰ ਤੇ 4-5 ਕਾਰਤੂਸ ਕਹੇ ਵੀ ਆ ਲੈ ਖਾਨ ਸਾਹਿਬ, ਆ ਲੈ ਜੋ ਨਾਲ। ਜੀ ਉਹ ਕਹਿੰਦਾ, ਨੰਬਰਦਾਰ ਜੀ ਕੀ ਕਰਾਂਗੇ ਇਹਦਾ? ਹੂੰ ਦਾਦਾ ਮੇਰਾ ਕਹਿੰਦਾ, ਰਾਹ 'ਚ ਕੋਈ ਮੁਸੀਬਤ ਪੈ ਜਾਂਦੀ ਹੈ ਉਦੋਂ ਇਸਤੇਮਾਲ ਕਰ ਲਿਓ। ਕਹਿੰਦਾ ਜੀ ਇਦੋਂ ਵੱਡੀ ਮੁਸੀਬਤ ਕੀ ਪੈ ਕੀ ਜੂ, ਪੈ ਜੂਗੀ? ਅਸੀਂ ਉਜੜ ਕੇ ਚੱਲੇ ਆ ਹੂੰ ਤੇ ਜਦੋਂ ਤਕਦੀਰ ਸਾਥ ਨਾ ਦੇਵੇ ਜੀ ਉਦੋਂ ਕਹਿੰਦਾ ਜੀ ਫਿਰ ਇਹ ਕੋਲੇ ਹੋਣ ਦੇ ਬਾਵਜੂਦ ਵੀ ਚੱਲਦੇ ਨਹੀਂ। ਹੂੰ ਤੇ ਦਾਨੇਵਾਲੀਆ ਸਾਹਿਬ ਫਿਰ ਪੰਜਾਬੇ ਦੇ ਕੋਲੇ ਜਾ ਕੇ, ਲੰਬੀ ਦੇ ਵਿੱਚ ਪੰਜਾਬਾ ਹੈ, ਜੀ ਪੰਜਾਬੇ ਦੇ ਕੋਲੇ ਜਾ ਕੇ ਉਹਨਾਂ ਦੀ ਵੱਢ ਟੁੱਕ ਹੋਈ ਤੇ ਉਹ ਵਿਚਾਰੇ ਸਾਰੇ ਉੱਥੇ ਮਾਰੇ ਗਏ ਸੀ। ਹੂੰ ਲੁੱਟਮਾਰ ਵੀ ਉਹਨਾਂ ਦੀ ਹੋਈ ਸੀ, ਸਾਰਾ ਕੁਝ ਹੋਇਆ ਜੀ ਸੀ। ਇਸੇ ਤਰੀਕੇ ਉਧਰਲੇ ਪਾਸੇ ਜਿਹੜੇ ਲੋਕ ਉਜੜ ਕੇ ਆਏ ਸੀ, ਹੂੰ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਵਿਅਕਤੀ, ਇੱਕ ਪਰਿਵਾਰ ਜੀ ਸਾਡੇ ਪਿੰਡ ਆ ਗਿਆ। ਹਾੜੀਆਂ ਦੇ ਦਿਨ ਸੀ, ਹੂੰ ਬੰਦਾ ਚੰਗਾ ਖਾਂਦੇ ਪੀਂਦੇ ਪਰਿਵਾਰ ਦੇ ਵਿੱਚੋਂ ਆਇਆ ਵਾ, ਔਰ ਆ ਕੇ ਵੀ ਹੁਣ ਕਰੀਏ ਕੀ, ਦਿਹਾੜੀ ਕਰੀਏ, ਹੂੰ ਰੋਟੀ ਤਾਂ ਖਾਣੀ ਖਾਣੀ ਕਣਕਾਂ ਉਦੋਂ ਹੁੰਦੀਆਂ ਸੀ ਤੇ ਕਣਕਾਂ ਦੀ ਵਢਾਈ ਹੁੰਦੀ। ਹੂੰ ਉਹ ਦਿਹਾੜੀ ਕਰਨ ਵਾਸਤੇ ਸਾਡੇ ਹੀ ਮੇਰੇ ਦਾਦੇ ਨੇ ਜਿਹੜੇ ਲੋਕ ਹਾਇਰ ਕੀਤੇ ਤੇ ਉਹਨਾਂ ਦੇ ਨਾਲ ਉਹ ਵੀ ਚਲਾ ਗਿਆ। ਜੀ ਮੈਂ ਵੀ ਜਾਣਾ ਜੀ, ਤੂੰ ਵੀ ਜਾਂਦਾ ਰਹੇ। ਹੁਣ ਉਹ ਬੰਦਾ ਕਣਕ ਵੱਢ ਰਿਹਾ, ਹੂੰ ਮਜਬੂਰੀ ਬਸ ਉਹਨੂੰ ਕਣਕ ਵੱਢਣੀ ਪੈ ਗਈ। ਤੇ ਜਦੋਂ ਸ਼ਾਮ ਨੂੰ ਆਏ ਤੇ ਵੀ ਰੋਟੀ ਲਓ ਜੀ, ਰੋਟੀ ਖਾਓ, ਤੇ ਰੋਟੀ ਖਾਣ ਵਾਸਤੇ ਉਹਦੇ ਹੱਥਾਂ ਤੋਂ ਰੋਟੀ ਨਾ ਟੁੱਟੇ ਕਿਉਂਕਿ ਛਾਲੇ ਪੈ ਗਏ ਸੀ। ਫਿਰ ਮੇਰੇ ਦਾਦੇ ਨੇ ਪੁੱਛਿਆ, ਯਾਰ ਵੀ ਤੂੰ ਕਦੇ ਕੰਮ ਨਹੀਂ ਕੀਤਾ? ਉਹ ਕਹਿੰਦਾ ਜੀ ਸਾਡਾ, ਅਸੀਂ ਤਾਂ ਵਪਾਰੀ ਬੰਦੇ ਸੀ, ਇਹ ਕੰਮ ਨਹੀਂ ਕੀਤਾ। ਉਹ ਕਹਿੰਦਾ ਤੂੰ ਕੁਛ ਕਰ ਸਕਦਾ? ਕਿਹੋ ਜਿਹਾ ਕੰਮ ਕਰ ਸਕਦਾ? ਉਹ ਕਹਿੰਦਾ ਜੀ ਮੇਰੀ ਵਾਈਫ ਨੌਕਰੀ ਕਰਦੀ ਸੀ ਕਿਸੇ ਹਸਪਤਾਲ ਦੇ ਵਿੱਚ, ਉਹਨੂੰ ਇੰਜੈਕਸ਼ਨ ਵਗੈਰਾ ਲਾਉਣੇ ਆਉਂਦੇ। ਤੇ ਦਾਨੇਵਾਲੀਆ ਸਭ ਉਦੋਂ RMP ਬਹੁਤ ਵੱਡੀ ਗੱਲ ਦੇ ਸੀ। ਜਿਹੜਾ ਲਾਇਸੈਂਸ ਹੈ ਉਹ ਆ ਵੈਦ ਬਣਾ ਦਿੰਦੇ ਸੀ। ਹੂੰ ਆਪਣੇ 4-5 ਬੰਦੇ ਸੀ ਜਿਹੜੇ ਵੈਦ ਸੀ। ਡੇਰਾ ਟੱਪ ਦੇ ਮਹੰਤ, ਹੂੰ ਕੁਛ ਡੇਰਾ ਇੱਕ ਇੱਥੋਂ ਦੇ ਬਹਿਮਣ ਦੇ ਬਹਿਮਣ ਦੇ, ਹਾਂ ਬਹਿਮਣ ਤਾਂ ਬਹੁਤ ਮਸ਼ਹੂਰ ਹਾਂ, ਸੀ ਉਹ ਸੰਤ ਜਿਹੜੇ ਸੀ, ਇਹਨਾਂ ਦੇ ਕੋਲੇ ਮਤਲਬ ਪਾਵਰ ਹੁੰਦੀ ਸੀ। ਤੇ ਦਾਦੇ ਮੇਰੇ ਨੇ ਕਹਿ ਕੇ ਉਹਨੂੰ ਲਾਇਸੈਂਸ ਬਣਵਾਤਾ ਉਸ ਬੰਦੇ ਦੇ ਨਾਂ ਤੇ। ਬਾਅਦ ਦੇ ਵਿੱਚ ਸਾਡੇ 25-30 ਪਿੰਡਾਂ ਦੇ ਵਿੱਚ ਸਭ ਤੋਂ ਨਾਮਵਰ ਡਾਕਟਰ ਦੇ ਤੌਰ ਦੇ ਉੱਤੇ ਫਿਰ ਉਹ ਬੰਦਾ ਮਸ਼ਹੂਰ ਹੋਇਆ। ਤੇ ਝੁੰਬੇ ਦੇ ਵਿੱਚ ਫਿਰ ਉਹ ਰਹਿਣ ਲੱਗ ਪਿਆ ਸੀ, ਜਾ ਕੇ ਸਾਡੇ ਪਿੰਡ 'ਚ ਝੁੰਬੇ ਚਲਾ ਗਿਆ ਸੀ। ਉਹਦਾ ਨਾਂ ਸੀ ਡਾਕਟਰ ਲਾਭ ਸਿੰਘ। ਅੱਛਾ ਹੈ। ਅੱਜ ਵੀ ਲੋਕ ਯਾਦ ਕਰਦੇ ਆ ਕਿਉਂਕਿ ਉਹ ਸੋਸ਼ਲ ਵਰਕਰ ਵੀ ਬਹੁਤ ਸੀ। ਉਹ ਲੋਕਾਂ ਦੇ ਮਤਲਬ ਰਿਸ਼ਤੇ ਵੀ ਕਰਵਾਉਣੇ, ਸਾਰਾ ਕੁਝ ਕਰਾਉਣੇ। ਤੇ ਫਿਰ ਤੁਹਾਡੇ ਯਾਦ ਹੈ ਸ਼ੁਰੂ ਦੇ ਵਿੱਚ ਜਦੋਂ ਮੋਟਰਸਾਈਕਲ ਆਏ, ਹਾਂਜੀ, ਮੋਟਰਸਾਈਕਲਾਂ ਦੇ ਨਾਲ ਐਕਸੀਡੈਂਟ ਬੜੇ ਹੋਣ ਲੱਗ ਗਏ ਸੀ। ਬਿਲਕੁਲ। ਉਹ ਰਿਸ਼ਤੇ ਕਰਾਉਂਦਾ ਹੁੰਦਾ ਸੀ। ਤੇ ਉਦੋਂ ਜਿਹੜੇ ਮੋਟਰਸਾਈਕਲ ਹੁੰਦੇ ਸੀ, ਜ਼ਿਆਦਾਤਰ ਜਿਹੜੇ ਵਧੀਆ ਮੋਟਰਸਾਈਕਲ, ਉਹ ਰਾਜਦੂਤ ਤੇ ਜਾਵਾ ਮੰਨਿਆ ਗਿਆ ਸੀ। ਬਿਲਕੁਲ। ਤੇ ਜਾਵੇ ਦੀ ਕਟਾਈ ਘੱਟ ਹੁੰਦੀ ਸੀ। ਉਹ ਜਦੋਂ ਕਹਿੰਦੇ ਵੀ ਚੰਗੇ ਘਰ ਦਾ ਕੋਈ ਮੁੰਡਾ ਹੁੰਦਾ ਵੀ ਕੀ ਗੱਲ ਹੈ ਜੀ, ਉਹ ਕਹਿੰਦੇ ਜੀ ਬੰਬੂ ਕੱਟ ਦਵਾ ਦਿਓ। ਮੋਟਰਸਾਈਕਲ ਤਾਂ ਕਹਿਣਾ ਨਹੀਂ ਹੁੰਦਾ ਸੀ ਪਿੰਡਾਂ ਨੂੰ, ਅੱਜ ਤੋਂ 40 ਸਾਲ ਪਹਿਲਾਂ ਬੰਬੂ ਕੱਟ ਦਵਾ ਦਿਓ। ਉਹ ਕਹਿੰਦੇ ਸੀ ਮੰਗਣੇ ਤੇ ਦੇ ਦਿਓ, ਲਾਭ ਸੋ ਕਹਿ ਦਿੰਦਾ ਸੀ ਉਹਨਾਂ ਨੂੰ, ਧੀ ਵਾਲਿਆਂ ਨੂੰ। ਕਹਿੰਦੇ ਜੀ ਕੀ ਗੱਲ ਮੰਗਣੇ ਤੇ ਕਿਉਂ ਦੇ? ਕਹਿੰਦਾ ਵੀ ਇਸ ਕਰਕੇ ਦੇ ਦਿਓ ਵੀ ਜਾਂ ਤਾਂ ਸਿੱਖ ਜੂਗਾ ਵਿਆਹ ਵੇਲੇ ਨੂੰ, ਤੇ ਨਹੀਂ ਤਾਂ ਫਿਰ ਮਤਲਬ ਵੀ ਵਿਆਹ ਦੀ ਲੋੜ ਹੀ ਨਹੀਂ ਪੈਣੀ ਸੀ। ਵੈਸੇ ਜੇ ਐਕਸੀਡੈਂਟ ਹੋਣਾ ਹੋਇਆ ਤਾਂ ਹੋ ਜਾਊਗਾ। ਮਤਲਬ ਇਸ ਵੀ ਸਿਆਣਾ ਹੋਇਆ ਉਦੋਂ ਸਿਆਣਾ ਗਿਣਦੇ ਸੀ ਵੀ ਜਿਹੜਾ ਮੋਟਰਸਾਈਕਲ ਇੰਨੀ ਦੇਰ ਕੱਢ ਗਿਆ ਸਿਆਣਾ ਹੀ ਹੈ, ਸਿਆਣਾ ਹੀ ਹੋਊਗਾ। ਮਤਲਬ ਉਹ ਇਸ ਕਿਸਮ ਦਾ ਬੰਦਾ ਸੀ। ਹੁਣ ਪਟਿਆਲੇ ਦੀ ਸਥਿਤੀ ਆਪਾਂ ਦੇਖੀ ਤੇ ਪਟਿਆਲੇ ਦੇ ਵਿੱਚੋਂ ਲੋਕ ਆਏ ਗਏ ਜਿਹੜੇ ਸਰਦਾਰ ਸਿੱਖ ਹੈ ਜੀ, ਇਹ ਵੀ ਪਾਕਿਸਤਾਨ ਚੋਂ ਆਏ ਆ ਜ਼ਿਆਦਾਤਰ। ਹਾਂਜੀ, ਹਿੰਦੂ ਵੀ ਪਾਕਿਸਤਾਨ ਤੋਂ ਆਏ ਨੇ। ਔਰ ਜਿੱਥੇ ਜਿੱਥੇ ਪਾਕਿਸਤਾਨ ਚੋਂ ਆਏ ਵੇ ਲੋਕ ਹੈ, ਜਿਨ੍ਹਾਂ ਸਟੇਟਾਂ ਦੇ ਵਿੱਚ ਵੀ ਹੈ, ਤੁਸੀਂ ਇਹ ਦੇਖੋ ਕਿ ਉੱਥੇ ਹੀ ਜਿਹੜੀ ਹੈਗੀ ਜਿਹਨੂੰ ਆਪਾਂ ਕਹਾਂਗੇ ਫਿਰਕੇਦਾਰੀ ਜ਼ਿਆਦਾ ਹੈ। ਫਿਰਕਾ ਪ੍ਰਸਤੀ ਨਹੀਂ ਮੈਂ ਕਹੂੰਗਾ, ਫਿਰਕੇਦਾਰੀ ਹੈ। ਉਹ ਆਪਦੇ ਫਿਰਕੇ ਬਾਰੇ ਸੋਚਦਾ, ਉਹ ਆਪਦੇ ਫਿਰਕੇ ਬਾਰੇ ਸੋਚਦਾ। ਉਦੋਂ ਵੀ ਉੱਥੇ ਅੱਗ ਲਾਈ ਸੀ ਜੀ, ਜਦੋਂ ਮੈਂ ਕਿ ਸ਼ੁਰੂ ਦੇ ਵਿੱਚ ਉੱਥੇ ਜਿਹੜੀਆਂ ਬੀੜੀਆਂ ਸਿਗਰਟਾਂ ਵੀ ਸਿੱਟੀਆਂ ਗੁਰਦੁਆਰਿਆਂ 'ਚ, ਔਰ ਮੰਦਿਰਾਂ ਦੇ ਵਿੱਚ ਸਿੱਟੀਆਂ ਪੂਛਾਂ ਤੇ ਜੀ ਆਪਣੇ ਥੋੜੇ ਮਾਸ, ਆਪਣੇ ਸਿੰਘ ਉਹ ਸਿੰਘ ਸਿੱਟੇ ਸੀ। ਤੇ ਲੋਕਾਂ ਦੇ ਫਿਰ ਉਦੋਂ ਗੜਬੜ ਹੋਣੀ ਸ਼ੁਰੂ ਹੋਈ ਸੀ। ਉੱਥੋਂ ਚੱਲ ਕੇ ਪੰਜਾਬ ਦਾ ਕੀ ਬੁਰਾ ਹਾਲ ਹੋਇਆ ਤੁਸੀਂ ਦੇਖ ਲਓ ਸਾਡੇ ਸਾਹਮਣੇ। ਆਪਾਂ ਮੰਨਦੇ ਹਾਂ ਕਿ 1978 ਦੇ ਵਿੱਚ ਜਿਹੜਾ ਨਿਰੰਕਾਰੀਆਂ ਤੇ ਸਿੱਖਾਂ ਦਾ ਟਕਰਾਅ ਹੋਇਆ ਸੀ, ਪੁਆੜੇ ਦੀ ਜੜ ਉਹ ਆਪਦੀ ਥਾਂ ਤੇ, ਲੇਕਿਨ ਜਿਹੜੀ ਫਿਰਕਾ ਪ੍ਰਸਤੀ ਵਾਲੀ ਅੱਗ ਲਾਈ ਸੀ, ਦੋ ਫਿਰਕਿਆਂ ਦੇ ਦਰਮਿਆਨ ਦੁਸ਼ਮਣੀ ਪਵਾਉਣ ਵਾਲੀ ਗੱਲ, ਇਹ ਅੱਗ ਉਦੋਂ ਪਟਿਆਲੇ ਲੱਗੀ ਸੀ। ਤੇ ਹੁਣ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਸ ਵੇਲੇ ਨਵੀਂ ਸਰਕਾਰ ਹੈ ਜੀ। ਨਵੀਂ ਸਰਕਾਰ
ਦੇ ਕੋਲੇ ਤਜਰਬਾ ਉਸ ਲੈਵਲ ਦਾ ਨਹੀਂ ਜਿਹੜਾ ਤਜਰਬਾ ਹੋਣਾ ਹੋਣਾ ਚਾਹੀਦਾ, ਚਾਹੀਦਾ। ਕਿਉਂਕਿ ਇਹ ਵਿਚਾਰੇ ਪਹਿਲੀ ਵਾਰੀ ਇਹਨਾਂ ਨੇ ਸਰਕਾਰ ਬਣਾਈ ਹੈ। ਹੂੰ ਹੂੰ ਬਹੁਤ ਸਾਰੇ ਐਮਐਲਏ ਨੇ ਚੋਂ ਹੈ ਜਿਹੜੇ ਪਹਿਲੀ ਵਾਰ ਬਣੇ, ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ। ਜੀ ਕੁਛ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੈ, ਜਿਹੜੀਆਂ ਦੂਜੀਆਂ ਪਾਰਟੀਆਂ 'ਚੋਂ ਆਏ ਉਹਨਾਂ ਬਾਰੇ ਆਪਾਂ ਕੁਛ ਨਹੀਂ ਕਹਿੰਦੇ, ਲੇਕਿਨ ਮੁੱਖ ਮੰਤਰੀ ਦੀ ਗੱਲ ਕਰੀਏ ਉਹਨਾਂ ਦੇ ਕੋਲ ਪਾਰਲੀਮੈਂਟ ਦਾ ਤਜਰਬਾ ਹੈ। ਪ੍ਰਸ਼ਾਸਨਿਕ ਤਜਰਬਾ, ਪ੍ਰਸ਼ਾਸਨ ਦੀਆਂ ਲਗਾਮਾਂ ਕਿਵੇਂ ਕੱਸਣੀਆਂ, ਇਹ ਅਜੇ ਤੱਕ ਤਜਰਬਾ ਹੈ ਨਹੀਂ। ਔਰ ਇਹਦਾ ਹੂੰ ਫਾਇਦਾ ਉਠਾਉਣਾ ਚਾਹੁੰਦੇ ਆ ਉਹ ਲੋਕ ਜਿਹੜੇ ਸਾਡੇ ਭਾਈਚਾਰੇ ਨੂੰ ਅੱਗ ਲਾਉਣਾ ਲਾ ਚਾਹੁੰਦੇ ਆ। ਸਵਾਲ ਵੱਡਾ ਇਹ ਹੈ ਕਿ ਜਦੋਂ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਖਾਲਿਸਤਾਨ ਦੇ ਖਿਲਾਫ ਪ੍ਰੋਟੈਸਟ ਕਰਨਾ ਹੈ, ਜੀ ਅਸੀਂ ਮੁਜ਼ਾਹਰਾ ਕਰਨਾ ਹੈ, ਉਹ ਖਾਲਿਸਤਾਨ ਨੂੰ ਦਾ ਨਾਰਾ ਲਾਉਣ ਦੇ ਉੱਤੇ ਕਿਸੇ ਦੇ ਉੱਤੇ ਕੋਈ ਕੋਈ ਪਾਬੰਦੀ ਨਹੀਂ। ਸੁਪਰੀਮ ਕੋਰਟ ਇੱਕ ਤੋਂ ਵੱਧ ਵਾਰੀ ਇਹ ਗੱਲ ਕਹਿ ਚੁੱਕੀ ਕਲੀਅਰ ਕਰ ਚੁੱਕੀ ਹੈ ਕਿ ਜੇ ਕੋਈ ਬੰਦਾ ਨਾਰਾ ਲਾਉਂਦਾ ਹੈ, ਪੀਸਫੁਲ ਖਾਲਿਸਤਾਨ ਦੀ ਮੰਗ ਵੀ ਕਰ ਸਕਦਾ ਹੈ, ਉਹਨੂੰ ਇਹ ਰਾਈਟ ਹੈ, ਕਨਸਟੀਟਿਊਸ਼ਨ ਉਹਨੂੰ ਹੱਕ ਦਿੰਦਾ ਹੈ, ਲੇਕਿਨ ਉਹ ਵਾਇਲੈਂਟ ਨਾ ਹੋ, ਹੂੰ ਕਿਸੇ ਨੂੰ ਨੁਕਸਾਨ ਨਾ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਜੇ ਕੋਈ ਉੱਥੇ ਲਾਈ ਜਾਓ ਉਹਨਾਂ ਨੇ ਸਾਡਾ ਕੀ ਲੈਣੇ, ਤੁਸੀਂ ਆਪਦਾ ਕੰਮ ਕਰੋ। ਉਹਦੇ ਵਿਰੋਧ ਦੇ ਵਿੱਚ ਇੱਕ ਧਿਰ ਕਹਿੰਦੀ ਹੈ ਕਿ ਜੀ ਅਸੀਂ ਤਾਂ ਇਹ ਪ੍ਰੋਟੈਸਟ ਕਰਨਾ, ਪ੍ਰੋਟੈਸਟ ਕਰਨਾ, ਅਸੀਂ ਤਾਂ ਇੱਥੇ ਪੁਤਲਾ ਸਾੜਾਂਗੇ, ਹੂੰ ਅਸੀਂ ਤਾਂ ਖਾਲਿਸਤਾਨ ਮੁਰਦਾਬਾਦ ਕਵਾਂਗੇ। ਜੇ ਇੱਕ ਧਿਰ ਮੁਰਦਾਬਾਦ ਕਹੂਗੀ, ਜਿੰਨੇ ਲੋਕਾਂ ਦੇ ਵਿੱਚ ਉਹ ਜਿੰਦਾਬਾਦ ਵੀ ਕਹੂਗੀ। ਇਹੀ ਸਥਿਤੀ ਉੱਥੇ ਹੋਈ ਹੈ। ਔਰ ਅੱਜ ਜੋ ਕੁਛ ਹੋਇਆ ਕਿ ਦੋ ਧਿਰਾਂ ਦੇ ਦਰਮਿਆਨ ਟਕਰਾਅ ਹੋਇਆ। ਕਾਲੀ ਮਾਤਾ ਦੇ ਮੰਦਿਰ ਤੱਕ ਜਿਹੜੇ ਹੈਗੇ ਜਿੱਥੋਂ ਉਹਨਾਂ ਨੇ ਚੱਲਣਾ ਸੀ ਪ੍ਰੋਟੈਸਟ ਕਰਨ ਵਾਲਿਆਂ ਨੇ ਖਾਲਿਸਤਾਨ ਦੇ, ਉਹਨਾਂ ਦੇ ਵਿਰੋਧ ਦੇ ਵਿੱਚ ਉੱਥੇ ਜਿਹੜੇ ਦੂਜੇ ਧੜੇ ਵਾਲੇ ਪਹੁੰਚ ਗਏ। ਉੱਥੇ ਉਹਨਾਂ ਨੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ, ਇੱਕ ਦੂਜੇ ਦੇ ਖਿਲਾਫ ਪੱਥਰਬਾਜ਼ੀ ਵੀ ਕੀਤੀ ਜੀ। ਔਰ ਫਿਰ ਪੁਲਿਸ ਨੇ ਉੱਥੇ ਹਵਾਈ ਫਾਇਰਿੰਗ ਵੀ ਕੀਤੀ ਹੈ। ਆ ਰਹੀਆਂ ਵੀਡੀਓ, ਹਾਂ ਉਹ ਫਾਇਰਿੰਗ ਵੀ ਕੀਤੀ ਹੈ। ਉਹ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਪ੍ਰਚਾਰ ਕਿਸ ਕਿਸਮ ਦਾ ਕੀਤਾ, ਤੁਹਾਡੇ ਯਾਦ ਹੈ ਇੱਕ ਵਾਰੀ ਪਹਿਲਾਂ ਪਟਿਆਲੇ ਦੇ ਵਿੱਚ ਜਦੋਂ ਕੋਵਿਡ-19 ਦੀਆਂ ਬੰਦਸ਼ਾਂ ਚੱਲਦੀਆਂ ਸੀ, ਜੀ ਉਸ ਵੇਲੇ ਨਿੰਗ ਸਿੰਘਾਂ ਦੀ ਇੱਕ ਗੱਡੀ ਉੱਥੇ ਗਈ ਸੀ, ਉਹਨਾਂ ਨੂੰ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ, ਉੱਥੇ ਉਹਨਾਂ ਦਾ ਤਕਰਾਰ ਵੱਧ ਗਿਆ, ਨਿੰਗ ਸਿੰਘ ਨੇ ਤਲਵਾਰ ਮਾਰੀ ਸੀ ਤੇ ਇੱਕ ਥਾਣੇਦਾਰ ਦਾ ਗੁੱਟ ਵੱਢਿਆ ਗਿਆ ਸੀ। ਜੀ ਅੱਜ ਵੀ ਇਹ ਖਬਰ ਚਲਾ ਦਿੱਤੀ ਸੀ ਹਾਂ ਕਿ ਇੱਕ ਥਾਣੇਦਾਰ ਦਾ ਗੁੱਟ ਵੱਢਿਆ ਗਿਆ, ਉਹਦੀ ਬਾਂਹ ਵੱਢੀ ਗਈ। ਆਪਾਂ ਉਹ ਕਹਿੰਦੇ ਜੇ ਬਾਂਹ ਨਾਲੋਂ ਨਾ ਲਵੇ ਤੇ ਉਹਨੂੰ ਕਵਾਂਗੇ ਸੱਟ ਵੱਜ ਗਈ, ਕੱਟ ਲੱਗ ਗਈ। ਇਹ ਗੱਲ ਕਵਾਂਗੇ ਜਦੋਂ ਵੱਢੀ ਗਈ ਦਾ ਮਤਲਬ ਹੁੰਦਾ ਕਿ ਨਾਲੋਂ ਲੈ ਕੇ ਡਿੱਗ ਪਈ। ਇਹ ਚਲੋ ਸਮਾਂ ਰਹਿ ਗਿਆ। ਸਾਹਿਬ ਨੇ ਵੀ ਕਿਹਾ ਵੀ ਭਾਈ ਸਾਹਿਬ ਨੇ ਮਤਲਬ ਇਹਦਾ ਖੰਡਨ ਕਰਤਾ, ਐਸਐਸਪੀ ਨੇ ਵੀ ਕਿਹਾ ਵੀ ਭਾਈ ਹੱਥ ਤੇ ਥਲੀ ਤੇ ਸੱਟ ਵੱਜੀ ਹੈ, ਉਹ ਕਿੰਨੀ ਡੂੰਗੀ ਉਹ ਅਸੀਂ ਬਾਅਦ ਚ ਦੇਖਾਂਗੇ। ਪਰ ਜਿਹੜੀ ਉੱਥੇ ਫਾਇਰਿੰਗ ਕਰਨੀ ਪਈ ਪੁਲਿਸ ਨੂੰ, ਇਹ ਸਾਰਾ ਕੁਝ ਕਰਨਾ ਪਿਆ। ਮੇਰੇ ਖਿਆਲ ਮੁਤਾਬਕ ਪੁਲਿਸ ਨੂੰ ਇਹ ਚਾਹੀਦਾ ਸੀ ਕਿ ਪਹਿਲਾਂ ਹੀ ਜਦੋਂ ਇੰਤਜ਼ਾਮ ਕਰਦੇ, ਇਹ ਇੰਤਜ਼ਾਮ ਪਹਿਲਾਂ ਹੀ ਕਰਨੇ ਚਾਹੀਦੇ ਸੀ। ਤੁਸੀਂ ਦੇਖੋ ਉੱਥੇ ਜਹਾਂਗੀਰਪੁਰੀ ਦਿੱਲੀ 'ਚ ਕੀ ਹੋਇਆ, ਉੱਥੇ ਵੀ ਜਿਹੜੀ ਗੜਬੜ ਹੋਈ ਹੈ ਜਹਾਂਗੀਰਪੁਰੀ ਦੇ ਵਿੱਚ, ਉਹ ਗੜਬੜ ਅੰਦਰੂਨੀ ਲੋਕਾਂ ਨੇ ਨਹੀਂ ਕੀਤੀ, ਉਹ ਵੀ ਬਾਹਰਲੇ ਨੇ ਕੀਤੀ ਹੈ। ਤੇ ਜਦੋਂ ਗੜਬੜ ਹੋ ਗਈ ਉੱਥੇ ਨੁਕਸਾਨ ਕਾਫੀ ਇੱਕ ਦੂਜੇ ਦਾ ਹੋਣ ਵਾਲੀ ਗੱਲ ਹੋ ਗਈ। ਫਿਰ ਪ੍ਰਸ਼ਾਸਨ ਨੇ ਉੱਥੇ ਇੱਕ ਮੀਟਿੰਗ ਕੀਤੀ ਸੀ ਜੀ। ਉਸ ਮੀਟਿੰਗ ਦੇ ਵਿੱਚ ਦੋਨਾਂ ਤਰ੍ਹਾਂ ਦੇ ਜਿਹੜੇ ਨੁਮਾਇੰਦੇ ਆਏ ਸੀ ਔਰ ਉਹਨਾਂ ਨੂੰ ਨੇ ਕਿਹਾ ਵੀ ਅਸੀਂ ਮਾਰਚ ਕੱਢਣਾ ਚਾਹੁੰਦੇ ਹਾਂ, ਪੀਸ ਮਾਰਚ ਜੀ। ਦੋਨਾਂ ਤਰ੍ਹਾਂ ਦੇ 50-50 ਬੰਦਿਆਂ ਨੂੰ ਇਜਾਜ਼ਤ ਦਿੱਤੀ ਔਰ ਦੋਨੇ ਧਿਰ ਕਹਿੰਦੇ ਜੀ ਸਾਡੇ ਤਾਂ ਇਸ ਤੱਕ ਦੂਜੇ ਤਿਉਹਾਰਾਂ ਜਿਹਨਾਂ ਸਾਡੀ ਲੜਾਈ ਕੋਈ ਨਹੀਂ, ਉਹਨਾਂ ਦੀ ਲੜਾਈ ਕੋਈ ਆਪਸ ਵਿੱਚ ਹੈ ਨਹੀਂ ਸੀ, ਸ਼ਰਾਰਤੀ ਤੱਤਾਂ ਨੇ ਉੱਥੇ ਗੜਬੜ ਕਰਵਾਤੀ। ਇਵੇਂ ਜਿਵੇਂ ਮੇਰੇ ਖਿਆਲ ਮੁਤਾਬਕ ਹੈ ਕਿ ਪਟਿਆਲੇ ਦੇ ਹਿੰਦੂਆਂ ਸਿੱਖਾਂ ਦਾ ਕੋਈ ਰੌਲਾ ਕੋਈ ਬਾਹਰੋਂ ਆਏ ਵੇ ਆ। ਹੁਣ ਮੈਂ ਇੱਕ ਵੇਖ ਰਿਹਾ ਸੀਗਾ ਸ਼ਿਵ ਸੈਨਾ ਜਿਹੜੀ ਠਾਕਰੇ ਸਾਹਿਬ ਦੀ ਹੈ, ਉਹਨਾਂ ਦੇ ਉਧਵ ਠਾਕਰੇ ਨੇ ਪੰਜਾਬ ਦਾ ਜਿਹੜਾ ਰਾਸ਼ਟਰੀ ਅਧਿਕਸ਼ ਨੂੰ ਕਹਿਤਾ ਵੀ ਉਹਨਾਂ ਨੇ ਕਿਹਾ ਕਿ ਹੁਣ ਪਾਰਟੀ ਚੋਂ ਬਾਹਰ ਕੱਢਤਾ ਜੀ ਸ਼ਿਵ ਸੈਨਾ ਨੇ ਹਰੀਸ਼ ਸਿੰਘਲੇ ਨੂੰ। ਨਹੀਂ ਠੀਕ ਹੈ, ਬਹੁਤ ਵਧੀਆ ਕੀਤੀ ਉਹਨੇ। ਹੁਣ ਇਹ ਅਸਲ 'ਚ ਕਹਾਣੀ ਕੀ ਹੈ, ਜਿੱਥੋਂ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਸੀ, ਨਵੀਂ ਸਰਕਾਰ ਬਣੀ ਹੈ, ਸਿਕਿਉਰਿਟੀ ਰਿਵਿਊ ਕੀਤਾ ਹੈ, ਬਹੁਤ ਸਾਰੇ ਲੋਕਾਂ ਦੀ ਸਿਕਿਉਰਿਟੀ ਡ੍ਰੌਪ ਕੀਤੀ ਹੈ ਨਾ ਪਿੱਛੇ ਜੇ, ਬਹੁਤ ਸਾਰੇ ਲੋਕਾਂ ਦੀ ਕੀਤੀ ਹੈ, ਸ਼ਿਵ ਸੈਨਾ ਵਾਲਿਆਂ ਦੀ ਵੀ ਬੜੀ ਕੀਤੀ ਹੈ। ਜਿਹੜੇ ਆਮ ਜਿਹੜੇ ਹੈਗੇ ਤੁਹਾਡੇ ਸੋ ਕਾਲਡ ਲੀਡਰ ਉਹਨਾਂ ਦੀ ਬਹੁਤ ਲਾਈ ਹੈ, ਉਹਨਾਂ ਦੀ ਬਹੁਤ ਲਾਈ ਹੋਣੀ ਚਾਹੀਦੀ ਹੈ। ਕਿਉਂ ਇਹਨਾਂ ਨੂੰ ਖਾਮ-ਖਾ ਦੇ ਉੱਤੇ ਇੱਕ ਕਨਸਟੇਬਲ ਜੇ ਹੈਗਾ ਘੱਟੋ ਘੱਟ 50,000 ਰੁਪਏ ਉਹਦੀ ਤਨਖਾਹ ਹੈ, ਉਹ ਡਰਾਈਵਰ ਬਣਾਈ ਫਿਰਦੇ ਉਹਨੂੰ ਨੌਕਰ ਬਣਾਈ। ਜਿਹੜਾ ਕੰਮ ਪੁਲਿਸ ਦਾ ਕੰਮ ਥਾਣੇ 'ਚ ਹੈ, ਉਹਨਾਂ ਨੂੰ ਥਾਣੇ 'ਚ ਬੁਲਾਓ, ਥਾਣੇ 'ਚ ਕੰਮ ਕਰਵਾਓ। ਇਹ ਜਿਹੜਾ ਕੀਤਾ ਜਾ ਰਿਹਾ ਗਲਤ ਕੀਤਾ ਜਾ ਰਿਹਾ ਔਰ ਇਹਦੇ ਤੇ ਬੰਦਿਸ਼ ਲੱਗਣੀ ਚਾਹੀਦੀ ਹੈ। ਪੁਲਿਸ ਪ੍ਰਸ਼ਾਸਨ ਨੂੰ ਮੁਸਤੈਦ ਹੋਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਹੋਰੀ ਪੰਜਾਬ ਦੇ ਮੁੱਖ ਮੰਤਰੀ, ਟਵੀਟ ਵੀ ਕੀਤਾ ਉਹਨਾਂ ਨੇ ਵੀ ਕੋਈ ਐਸੀ ਗੱਲ ਨਹੀਂ, ਕੰਟਰੋਲ ਕਰਦੇ ਆ, ਸਥਿਤੀ ਕੰਟਰੋਲ ਹੈ, ਪਰ ਭਗਵੰਤ ਸਿੰਘ ਮਾਨ ਨੂੰ ਸਖਤ ਹੋਣਾ ਪਊਗਾ। ਢਿੱਲੋਂ ਸਾਹਿਬ ਮੈਂ ਉਹੀ ਲਿਖਿਆ ਸੀਗਾ ਵੀ ਇਹ 2-2 3-3 ਹਰੇਕ ਸ਼ਹਿਰ 'ਚ ਗਈਆਂ 'ਚ ਹਾਂਜੀ ਇਹੀ ਅੱਗ ਲਾਉਂਦੇ ਆ। ਹਾਂਜੀ ਤੇ ਇਹਨਾਂ ਦੇ ਕੋਲੇ ਹੁਣ ਮੈਂ ਹੈਰਾਨ ਆ, ਇੱਕੋ ਸਾਈਕਲ ਤੇ ਤੁਰਿਆ ਫਿਰਦਾ ਹੁੰਦਾ। ਲੈ ਲਈ ਜੀ ਵਾਪਸ ਲੈ ਲਈ ਹੈ ਸਿਕਿਉਰਿਟੀ ਵਾਪਸ ਲੈ ਲਈ, ਇੱਕੋ ਹੀ ਸੀ ਉਹਦੇ ਕੋਲੇ। ਅੱਛਾ, ਇੱਕੋ ਹੀ ਗਨਮੈਨ ਸੀ, ਮੈਂ ਅੱਜ ਪਤਾ ਕਰਕੇ ਆਇਆ। ਅੱਛਾ, ਉਹਦੀ ਵੀ ਵਾਪਸ ਲੈ ਲਈ ਹੈ। ਹਾਂ, ਉਹ ਫਿਰ ਇਹੋ ਜਿਹੇ ਬੰਦੇ ਤਾਂ ਤੜਫਣਗੇ ਨਾ। ਹਾਂ
ਇੱਕ ਮਿੰਟ, ਹੁਣ ਇੱਕ ਉਹ ਜਿਹੜਾ ਬੋਲੀ ਜਾਂਦਾ ਸੀ ਬਹੁਤ ਜ਼ਿਆਦਾ, ਉਹਦੇ ਮਗਰ ਮੈਂ ਵੇਖ ਰਿਹਾ ਸੀ ਕੋਈ CRPF ਦਾ ਬੰਦਾ ਖੜਾ ਸੀ, ਹਾਂਜੀ ਵੱਡੀ ਸਿਕਿਉਰਿਟੀ। ਹੁਣ ਉਹ ਬੰਦਾ ਕਹਿੰਦਾ ਜੀ ਹਮ ਤੋਂ ਐਸੇ ਕरेंगे, ਹਮ ਤੋਂ ਐਸੇ ਕरेंगे। ਵੀ ਤੂੰ ਦੱਸ ਇੱਥੇ ਕੀ ਲੈਣਾ, ਕੋਈ ਲੜਾਈ ਨਹੀਂ ਪੜਾਈ ਨਹੀਂ, ਤੁਸੀਂ ਪਹਿਲਾਂ ਹੀ ਕੂੰ ਬੋਲੀ ਜਾਂਦੇ ਹੋ। ਇੱਕ ਆ ਯੂਟਿਊਬਰਾਂ ਨੇ ਵੀ ਬੜਾ ਗੰਦ ਪਾਇਆ ਜੀ, ਬਿਲਕੁਲ। ਇਹ ਵੀ ਜਾ ਕੇ ਫਿਰ ਉਹਨਾਂ ਦੀਆਂ ਗੱਲਾਂ ਵੱਧ ਬੋਲਦੇ ਨੇ ਉਹ ਦੇਖ ਕੇ, ਕਿਉਂਕਿ ਜਿਹੜੇ ਦੇਖੋ ਆਪਾਂ ਨੂੰ ਇੱਕ ਚੀਜ਼ ਪਤਾ ਪਬਲਿਸਿਟੀ ਮਿਲਦੀ ਹੈ ਨਾ ਉਹਨਾਂ ਦੀ। ਦੇਖੋ ਆਪਾਂ ਹੁਣ ਇੱਕ ਜ਼ਿੰਮੇਵਾਰ ਅਦਾਰੇ 'ਚ ਕੰਮ ਕਰ ਰਹੇ ਹਾਂ, ਆਪਾਂ ਇੱਕ ਆਪਾਂ ਦੂਜੇ ਅਦਾਰਿਆਂ 'ਚ ਵੀ ਕੰਮ ਕੀਤਾ ਜਿੱਥੇ ਸਾਡੇ ਉੱਤੇ ਜ਼ਿੰਮੇਵਾਰੀ ਸਿੱਟੀ ਜਾਂਦੀ ਸੀ ਵੀ ਕੋਈ ਅਸੀਂ ਸ਼ਬਦ ਬੋਲਦੇ ਆ ਯੂਟਿਊਬਰ ਤਾਂ ਵਿਊ ਲੈਣ ਦੇ ਮਾਰੇ ਜੋ ਬੋਲੀ ਜਾਂਦੇ ਉਵੇਂ ਬੁਲਾਈ ਜਾਂਦੇ, ਉਹ ਗੰਦ ਉਦੋਂ ਵੱਧ ਬਕੀ ਜਾਂਦੇ ਨੇ। ਨਹੀਂ ਬੇਸ਼ੱਕ ਭਾਵੇਂ ਸਾਡੇ ਦੇ ਉੱਤੇ ਉਸ ਕਿਸਮ ਦੀ ਬੰਦਿਸ਼ ਨਹੀਂ, ਲੇਕਿਨ ਅਸੀਂ ਸਵੈ ਡਿਸਪਲਿਨ ਉਹੀ ਆ ਗਿਆ ਨਾ, ਸਾਨੂੰ ਪ੍ਰੋਟੋਕਾਲ ਦੀ ਬੰਦਿਸ਼ ਤਾਂ ਹੈ ਨਾ। ਬਿਲਕੁਲ 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 ਸਾਨੂੰ ਪ੍ਰੋਟੋਕਾਲ ਦੀ ਸਾਡੀ ਰਿਸਪੌਂਸਿਬਿਲਟੀ ਹੈ ਸੋਸਾਇਟੀ ਦੇ ਵਿੱਚ ਅਮਨ ਕਾਇਮ ਰੱਖਣਾ ਕਿ ਅਸੀਂ ਉਹਦੇ ਵਿੱਚ ਗੰਦ ਪਾਉਣਾ। ਅਸੀਂ ਸੋਸਾਇਟੀ ਦੇ ਵਿੱਚ ਅੱਗ ਨਹੀਂ ਨਾ ਲਾਉਣੀ ਜੀ, ਬਿਲਕੁਲ। ਅਸੀਂ ਤਾਂ ਅੱਗ ਨੂੰ ਡਿਫਿਊਜ਼ ਕਰਨਾ। ਬਿਲਕੁਲ। ਤੇ ਢਿੱਲੋਂ ਸਾਹਿਬ ਆਪਾਂ ਡਿਫਿਊਜ਼ ਦੀ ਗੱਲ ਕੀਤੀ, ਉਹ ਆਪਾਂ ਗੱਲ ਤੁਹਾਡੀ ਹੈ, ਪਰ ਹੁਣ ਆਪਾਂ ਸਭ ਤੋਂ ਵੱਡੀ ਅਹਿਮ ਗੱਲ ਜਿਹੜੀ ਆਪਾਂ ਆਪਣੇ ਲਿਸਨਰਸ ਨਾਲ ਵਾਅਦਾ ਕੀਤਾ ਸੀ ਕਿ ਸਾਡੇ ਕੋਲੇ ਕੁਝ ਡਾਕੂਮੈਂਟਸ ਜਿਹੜੇ ਨੇ ਉਹ ਆ ਰਹੇ ਨੇ, ਤੇ ਜਿਹੜਾ ਜਿਹਨੂੰ ਬਿਜਲੀ ਬੋਰਡ ਕਿਹਾ ਜਾਂਦਾ ਸੀ, ਜਿਹਨੂੰ ਅੱਜ ਕੱਲ੍ਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਿਹਾ ਜਾਂਦਾ, ਉਹਦੇ ਵਿੱਚ ਕੁਝ ਜਿਹੜਾ ਹੈ ਲਾਲ ਫੀਤਾਸ਼ਾਹੀ ਹੈ, ਉਹਨੇ ਬਿਜਲੀ ਨੂੰ ਕਰੰਟ ਲਾਤਾ। ਬਿਲਕੁਲ ਦਾਨੇਵਾਲੀਆ ਸਾਹਿਬ, ਆਪਾਂ ਇਹ ਪ੍ਰੋਮਿਸ ਕੀਤਾ ਸੀਗਾ ਤੇ ਅਸੀਂ ਉਡੀਕਦੇ ਸੀ ਕਿ ਸਾਡੇ ਕੋਲੇ ਅਸਲ ਡਾਕੂਮੈਂਟਸ ਆ ਜਾਣ, ਔਰ ਨਾਲ ਕਿਉਂਕਿ ਇਹਦੇ 'ਚ ਅਸੀਂ ਨਾਂ ਲਿਖੇ ਵੀ ਹੈ ਜੀ, ਜਿਹੜੀ ਸਾਡੇ ਕੋਲ ਕੰਪਲੇਂਟ ਆਈ ਹੈ, ਕੰਪਲੇਂਟ ਦੇ ਵਿੱਚ ਨਾਂ ਲਿਖੇ ਵੀ ਹੈ। ਇਹ ਕੰਪਲੇਂਟ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਐਡਰੈਸ ਕੀਤੀ ਜੀ ਪੰਜਾਬ। ਪਰ ਕਿਉਂਕਿ ਸਾਡੇ ਕੋਲੇ ਹੁਣ ਸਮਾਂ ਨਹੀਂ ਜੀ, ਅਸੀਂ ਉਹਨਾਂ ਅਫਸਰਾਂ ਦੇ ਨਾਲ ਜਿਨ੍ਹਾਂ ਬਿਊਰੋਕਰੇਟਸ ਦੀ ਗੱਲ ਕੀਤੀ ਗਈ ਹੈ ਜੀ, ਉਹਨਾਂ ਦਾ ਵਰਜ਼ਨ ਨਹੀਂ ਲੈ ਸਕੇ, ਤੇ ਇਸ ਕਰਕੇ ਕਿਉਂਕਿ ਆਪਾਂ ਜ਼ਿੰਮੇਵਾਰੀ ਦੀ ਗੱਲ ਪਹਿਲਾਂ ਕਰ ਲਿਆ, ਜੇ ਜਿੰਨੀ ਦੇਰ ਵਰਜ਼ਨ ਕਿਸ ਦਾ ਨਹੀਂ ਲੈਂਦੇ ਉਹਦਾ ਅਸੀਂ ਨਾਂ ਲੈਣ ਤੋਂ ਗੁਰੇਜ਼ ਕਰਾਂਗੇ। ਬਿਲਕੁਲ ਗੁਰੇਜ਼ ਕਰਾਂਗੇ। ਕਹਾਣੀ ਕੀ ਹੈ? ਕਹਾਣੀ ਇਹ ਹੈ ਕਿ ਇਸ ਵੇਲੇ ਬਿਜਲੀ ਕਾਰਪੋਰੇਸ਼ਨ ਵਾਲੀ PPCL ਜੋ ਤੁਸੀਂ ਕਹਿੰਦੇ ਬਣ ਗਈ ਹੈ ਜੀ, ਜਿਹੜੀ ਇਹ ਪਹਿਲਾਂ ਬਿਜਲੀ ਬੋਰਡ ਹੁੰਦਾ ਸੀ, ਇਹਨੂੰ ਕਹਿੰਦੇ ਜੀ ਘਾਟਾ ਬਹੁਤ ਪੈ ਰਿਹਾ, ਇਹਨੂੰ ਹਜ਼ਾਰਾਂ ਕਰੋੜ ਰੁਪਏ ਦਾ ਘਾਟਾ, ਤੇ ਇਸ ਘਾਟੇ ਦੀ ਜ਼ਿੰਮੇਵਾਰੀ ਜ਼ਿਆਦਾਤਰ ਖਪਤਕਾਰਾਂ ਤੇ ਪਈ ਜਾਂਦੀ ਹੈ। ਜਾਂ ਇਹ ਕਿਹਾ ਜਾਂਦਾ ਕਿ ਜੀ ਖੇਤੀਬਾੜੀ ਨੂੰ ਜਿਹੜੀ ਉਹ ਸਬਸਿਡੀ ਮਿਲਦੀ ਹੈ ਉਹਦਾ ਕਾਰਨ ਉਹ ਆਪਦੇ ਥਾਂ ਤੇ ਹੋਊਗੀ, ਲੇਕਿਨ ਕੱਲੀ ਇਹੀ ਨਹੀਂ ਗੱਲ। ਜਿਹੜਾ ਬਿਜਲੀ ਬੋਰਡ ਨੂੰ ਜਾਂ ਬਿਜਲੀ ਵਿਭਾਗ ਨੂੰ ਕਰੰਟ ਲੱਗਦਾ ਉਹਦੇ ਅਫਸਰਾਂ ਵੱਲੋਂ ਵੀ ਲਾਇਆ ਜਾਂਦਾ ਤੇ ਜਾਣਬੁੱਝ ਕੇ ਲਾਇਆ ਜਾਂਦਾ। ਸਾਡੇ ਕੋਲੇ ਜਿਹੜੀ ਕਹਾਣੀ ਆਈ ਹੈ, ਇਹ ਕਹਾਣੀ ਉਸ ਵੇਲੇ ਦੀ ਹੈ ਜਦੋਂ ਅਜੇ ਬਿਜਲੀ ਬੋਰਡ ਬਣਿਆ ਨਹੀਂ ਸੀ। PPCL ਪੰਜਾਬ ਸਟੇਟ ਨਾ ਬਿਜਲੀ ਬੋਰਡ ਨਹੀਂ ਬਣਿਆ ਸੀ, ਬਿਜਲੀ ਬੋਰਡ ਵੀ ਨਹੀਂ ਬਣਿਆ ਸੀ, ਕੋਈ ਹੋਰ ਅਦਾਰਾ ਸੀ। ਅੱਛਾ, ਬਿਜਲੀ ਦਾ ਵਿਭਾਗ ਹੋਊਗਾ, ਬਿਜਲੀ ਸੀਗੀ ਲੋਕਾਂ ਕੋਲੇ, ਪਰ ਬੋਰਡ ਨਹੀਂ ਸੀ ਬਣੇ। ਇਹ ਹੈ ਜੀ ਮਕਬੂਲਪੁਰਾ, ਅੰਮ੍ਰਿਤਸਰ ਦੇ ਵਿੱਚ ਮਕਬੂਲਪੁਰਾ ਅੱਜ ਇੱਥੇ ਸਿੱਧੂ ਤੇ ਮਜੀਠੀਆ ਸਾਹਿਬ ਖੜੇ ਹੋਏ ਸੀ ਤੇ ਉਹ ਕੁੜੀ ਜਿੱਤੀ ਹੈ। ਮਕਬੂਲਪੁਰਾ ਉਹ ਵੀ ਬਦਨਾਮ ਇਲਾਕਾ ਹੈ, ਜਿਸ ਇਲਾਕੇ ਦੇ ਬਾਰੇ ਕਿਹਾ ਜਾਂਦਾ ਕਿ ਜੀ ਉੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਨਸ਼ੇ ਦਾ ਕਾਰੋਬਾਰ ਚੱਲਦਾ ਹੈ। ਉਹ ਮਕਬੂਲਪੁਰੇ ਨੂੰ ਇੱਕ ਮਤਲਬ ਇਸ ਕਿਸਮ ਦੀ ਗੱਲ ਵੀ ਕਹੀ ਜਾਂਦੀ ਹੈ। ਉੱਥੇ ਜਿਹੜੇ ਹੈਗੀ ਹੈ ਜੀ ਇੱਕ ਰਕਬਾ ਹੈ, ਕੋਠੀ ਨੰਬਰ 4, 3.5 ਏਕੜ ਦਾ ਰਕਬਾ ਹੈ ਜੀ, ਔਰ ਇਹਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਨਿਗਰਾਨ ਇੰਜੀਨੀਅਰ ਸਰਕਲ ਸਬ ਅਰਬਨ ਜੀ ਅੰਮ੍ਰਿਤਸਰ ਸਾਹਿਬ ਦਾ ਦਫ਼ਤਰ ਹੁੰਦਾ ਸੀ। 50-60 ਸਾਲਾਂ ਤੋਂ ਇਹ ਦਫ਼ਤਰ ਚੱਲ ਰਿਹਾ ਸੀ ਜੀ, ਔਰ ਇਹਦਾ ਕਿਰਾਇਆ ਜਿਹੜਾ ਸੀ ਫਿਕਸ ਹੋਇਆ ਸੀ ਜੀ 237 ਰੁਪਏ ਉਦੋਂ। ਹਾਂਜੀ, 237 ਜਾਂ ਕੋਈ 1237 ਸੀ, ਔਰ ਇਹ ਕਿਰਾਇਆ ਦੋ ਬੰਦੇ ਲੈਂਦੇ ਹੁੰਦੇ ਸੀ, ਹਰੀ ਰਾਮ ਬਾਵਾ ਤੇ ਨਵਲ ਕੁਮਾਰ ਬਾਵਾ। ਇਹੀ ਜਿਹੜੇ ਜਾਇਦਾਦ ਦੇ ਅਸਲ ਮਾਲਕ ਸੀ, ਔਰ ਇਹ ਮਾਲਕ ਕਿਤੇ ਬਾਹਰ ਚਲੇ ਗਏ। ਅੱਛਾ ਜੀ, ਇਹ ਕਿੱਥੇ ਗਏ, ਕਿਹੜੇ ਦੇਸ਼ ਦੇ ਵਿੱਚ, ਕਿਸੇ ਨੂੰ ਕੋਈ ਪਤਾ ਨਹੀਂ। ਸਨ 2000 ਦੇ ਵਿੱਚ ਕੁਝ ਲੋਕਾਂ ਨੇ ਇੱਕ ਪਾਵਰ ਆਫ ਅਟਾਰਨੀ ਪੇਸ਼ ਕਰ ਦਿੱਤੀ ਤੇ ਇਹ ਦਾਅਵਾ ਕੀਤਾ ਕਿ ਸਾਨੂੰ ਜਿਹੜੇ ਹੈਗੇ ਆ ਇਹਨਾਂ ਅਸਲ ਮਾਲਕਾਂ ਨੇ ਪਾਵਰ ਆਫ ਅਟਾਰਨੀ ਦਿੱਤੀ ਹੈ ਤੇ ਇਹ ਜਗ੍ਹਾ ਖਾਲੀ ਕਰੋ। ਇਹ ਜਗ੍ਹਾ ਖਾਲੀ ਕਰਨ ਵਾਸਤੇ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ, ਇਹ ਐਪਲੀਕੇਸ਼ਨ ਜਿਹੜੀ ਹੈਗੀ ਹੈ ਕਿ ਜਿਹੜੀ ਇਹ ਪਾਵਰ ਆਫ ਅਟਾਰਨੀ ਸਹੀ ਹੈ, ਇਹ ਜਾਣਨ ਲਈ ਉਸ ਵੇਲੇ ਬੋਰਡ ਦੇ ਅਧਿਕਾਰੀਆਂ ਨੇ, ਉਦੋਂ ਫਿਰ ਬਿਜਲੀ ਬੋਰਡ ਬਣ ਗਿਆ ਸੀ 2000 ਦੇ ਵਿੱਚ, ਉਹਨਾਂ ਅਧਿਕਾਰੀਆਂ ਨੇ SC ਜੈਨ ਹੁੰਦੇ ਸੀ IPS, ਅੱਛਾ ਜੀ, ਜਿਹੜੇ ਇਸ ਮਹਿਕਮੇ ਦੇ ਵਿੱਚ ਤੁਹਾਨੂੰ ਪਤਾ ਅਟੈਚ ਕੀਤੇ ਜਾਂਦੇ, ਉਹ DGP ਸੀ। V&S ਵਿਜੀਲੈਂਸ ਪਟਿਆਲਾ ਦੇ, ਹਾਂਜੀ ਉਹ DGP ਸੀ। ਉਹਨਾਂ ਨੂੰ ਕਹਿਤਾ ਜੀ ਤੁਸੀਂ ਵਿਜੀਲੈਂਸ ਐਂਡ ਸਿਕਿਉਰਿਟੀ, ਹਾਂਜੀ ਉਹਨਾਂ ਨੂੰ ਕਹਿਤਾ ਜੀ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਪਤਾ ਕਰੋ, ਵੈਰੀਫਾਈ ਕਰੋ ਵੀ ਕੀ ਹੈ। ਉਹਨਾਂ ਨੇ ਜੀ ਪੱਤਰ ਨੰਬਰ 2001 ਮਿਤੀ 15/10/2000 ਨੂੰ ਜਿਹੜੀ ਹੈ ਇੱਕ ਰਿਪੋਰਟ ਦਿੱਤੀ ਹੈ ਬੋਰਡ ਨੂੰ। ਉਹਦੇ ਵਿੱਚ ਉਹਨਾਂ ਨੇ ਪਾਇਆ ਕਿ ਜਿਹੜੀ ਅਜੀਤ ਸਿੰਘ ਵਗੈਰਾ ਵੱਲੋਂ ਇਹ ਪਾਵਰ ਆਫ ਅਟਾਰਨੀ ਪੇਸ਼ ਕੀਤੀ ਗਈ ਹੈ ਜੀ,
ਇਹ ਪਾਵਰ ਆਫ ਅਟਾਰਨੀ ਜਾਲੀ ਹੈ, ਜਾਲੀ ਹੈ, ਕਿਉਂਕਿ ਇਹਦੇ ਅਸਲ ਮਾਲਕਾਂ ਦਾ ਕੋਈ ਥਹੁ ਪਤਾ ਹੀ ਨਹੀਂ ਕਿਉਂ ਹੈ। ਨਾਲੇ ਉਦੋਂ ਦੀ ਕੀਤੀ, ਹੁਣ ਕਿੱਥੋਂ ਆ ਜਾਣਗੇ, ਉਹਨਾਂ ਦੇ ਤਾਂ ਪੜੋਤਰੇ ਹੋ ਗਏ ਹੋਣੇ। ਹਾਂ, ਉਹ ਕਹਿੰਦੇ ਵੀ ਇਹਨਾਂ ਦੇ ਅਸਲ ਮਾਲਕਾਂ ਦਾ ਕੋਈ ਥਹੁ ਪਤਾ ਹੀ ਨਹੀਂ ਕਿ ਕੌਣ ਹੈ ਤੇ ਕੌਣ ਨਹੀਂ। ਇਸ ਲਈ ਅਸਲ ਮਾਲਕਾਂ ਤੋਂ ਬਗੈਰ ਜਿਹੜੀ ਇਹ ਬੇਨਤੀ ਹੈ, ਇਸ ਬੇਨਤੀ ਤੇ ਅਮਲ ਨਹੀਂ ਕੀਤਾ ਜਾਣਾ ਚਾਹੀਦਾ। ਇਹ ਜਾਇਦਾਦ ਖਾਲੀ ਨਹੀਂ ਹੋਣੀ ਚਾਹੀਦੀ। ਇੱਕ ਗੱਲ ਤਾਂ ਇਹ ਹੋ ਗਈ, ਕਲੀਅਰ ਹੋ ਗਿਆ ਕਿ ਮਹਿਕਮੇ ਨੇ ਆਪਣੇ ਜਿਹੜੇ ਹੈਗੇ ਪੁਲਿਸ ਅਫਸਰਾਂ ਤੋਂ ਜਿਹੜੇ ਉਹਨਾਂ ਦੇ ਨਾਲ ਅਟੈਚ ਹੈ, ਉਹਨਾਂ ਤੋਂ ਪੜਤਾਲ ਕਰਵਾ ਲਈ। ਉਹਨਾਂ ਨੇ ਕਹਿਤਾ ਇਹ ਗਲਤ ਹੈ। ਦੂਜਾ ਜੀ, ਕੋਈ ਸੁਭਾਸ਼ ਚੰਦਰ ਪੁੱਤਰ ਦੇਸਰਾਜ ਵੱਲੋਂ ਜੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕਰ ਦਿੱਤੀ 2013 ਚ, ਜਿਹਦੇ ਰਾਹੀਂ ਉਹਨੇ ਮਤਲਬ ਇਹ ਜਿਹੜੀ ਹੈ ਜਾਇਦਾਦ ਖਾਲੀ ਕਰਵਾਉਣ ਦੀ ਬੇਨਤੀ ਕੀਤੀ ਸੀ ਜੀ। ਤੇ ਮਾਨਯੋਗ ਹਾਈ ਕੋਰਟ ਨੇ ਇਹਦੇ ਚ PSPCL ਨੂੰ 1 ਮਹੀਨੇ ਦੇ ਅੰਦਰ ਅੰਦਰ ਸਪੀਕਿੰਗ ਆਰਡਰ ਦੇਣ ਦਾ ਹੁਕਮ ਦੇ ਦਿੱਤਾ ਕਰਤਾ। ਅੱਛਾ ਜੀ, ਵੀ ਸਪੀਕਿੰਗ ਆਰਡਰ ਤੋਂ ਤੁਸੀਂ ਤੇ ਸੋਚੋ। ਲਓ ਜੀ, ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਜੀ ਜਿਹੜੇ PSPCL ਜਾਂ PSCB ਦੇ ਚੀਫ ਇੰਜੀਨੀਅਰ ਵਾਰਡਰ ਜ਼ੋਨ ਜੀ ਨੇ ਮਤਲਬ ਜਿਹੜੀ ਹੈਗੀ ਇੱਕ ਰਿਪੋਰਟ ਪੇਸ਼ ਕੀਤੀ ਹੈ ਕਿ ਜਿਹੜੀ ਇਹ ਪਾਵਰ ਆਫ ਅਟਾਰਨੀ ਹੈ ਇਹ ਜਾਲੀ ਹੈ। ਇਸ ਕਰਕੇ ਜਾਲੀ ਪਾਵਰ ਆਫ ਅਟਾਰਨੀ ਦੇ ਆਧਾਰ ਦੇ ਉੱਤੇ ਕੁਝ ਲੋਕ ਇਹ ਜਿਹੜੀ ਹੈਗੀ ਹੈ ਜਾਇਦਾਦ ਖਾਲੀ ਕਰਾਉਣੀ ਚਾਹੁੰਦੇ ਹੈ ਜੀ, ਤੇ ਇਹ ਜਾਇਦਾਦ ਖਾਲੀ ਨਹੀਂ ਕਰਨੀ ਬਣਦੀ। ਉਹਨਾਂ ਨੇ ਜਦੋਂ ਇਹ ਗੱਲ ਕਹਿ ਦਿੱਤੀ ਤੇ ਇਹ ਰਿਪੋਰਟ ਮਾਨਯੋਗ ਹਾਈ ਕੋਰਟ ਨੂੰ ਭੇਜਤੀ ਜੀ, ਤੇ ਹਾਈ ਕੋਰਟ ਨੇ ਇਹਦਾ ਨਿਪਟਾਰਾ ਕਰਤਾ ਵੀ ਠੀਕ। ਲਓ ਜੀ, ਉਹ ਤੋਂ ਬਾਅਦ ਇਹ ਜਾਇਦਾਦ ਜਿਹੜੀ ਹੈਗੀ 2019 ਦੇ ਵਿੱਚ ਜੀ ਖਾਲੀ ਕਰਵਾਤੀ। ਖਾਲੀ ਕਰਵਾਈ ਕਿਹਦੇ ਹੱਕ ਵਿੱਚ? ਜੀ, ਦਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੇ ਹੱਕ ਵਿੱਚ। ਜੀ, ਜਦੋਂ ਖਾਲੀ ਕਰਵਾਤੀ ਹਾਂ, ਤੇ ਫਿਰ ਇਹ ਪਤਾ ਲੱਗਾ ਵੀ ਖਾਲੀ ਕਿਉਂ ਕਰਵਾਈ ਗਈ। ਅੱਛਾ ਜੀ, ਜਿਹੜੀ ਇਹ ਕੰਪਲੇਂਟ ਕੀਤੀ ਹੈ ਹਾਂ, ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ, ਹਾਂ, ਇਹ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਜਿਹੜੀ ਹੈਗੀ ਹੈ ਪੁਰਾਣੀ ਇਹਨਾਂ ਦੀ ਆਰਗੇਨਾਈਜੇਸ਼ਨ ਆਫੀਸਰਸ ਐਸੋਸੀਏਸ਼ਨ, ਉਹਦੀ ਜਿਹੜੀ SC ਪਾਵਰਸ ਇੰਜੀਨੀਅਰ ਐਂਡ ਆਫੀਸਰ ਐਸੋਸੀਏਸ਼ਨ ਹੈ ਜੀ, ਰਜਿਸਟਰਡ ਹੈ। ਇਹਦੇ ਵੱਲੋਂ ਮਤਲਬ ਜਿਹੜੀ ਹੈਗੀ ਹੈ ਇਹ ਐਪਲੀਕੇਸ਼ਨ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਦਿੱਤੀ ਗਈ ਹੈ ਜੀ, ਔਰ ਇਹਦੇ ਪ੍ਰੈਜ਼ੀਡੈਂਟ ਇੰਜੀਨੀਅਰ ਜੱਸਲ ਜੀ, ਤੇ ਜਿਹੜੇ ਜਨਰਲ ਸੈਕਟਰੀ ਹੈ ਉਹ ਇੰਜੀਨੀਅਰ ਮੋਹਿਤ ਬਾਲੀਆ। ਇਹਨਾਂ ਨੇ ਆਪਣਾ ਲੈਟਰ ਪੈਡ ਦੇ ਉੱਤੇ ਦਿੱਤੀ ਜੀ। ਹੁਣ ਇਹਨਾਂ ਦਾ ਇਲਜ਼ਾਮ ਕੀ ਹੈ? ਇਹਨਾਂ ਦਾ ਇਲਜ਼ਾਮ ਇਹ ਹੈ ਕਿ ਇੱਕ ਅਧਿਕਾਰੀ ਨੇ, ਜਿਹਦਾ ਅਸੀਂ ਨਾਂ ਇਸ ਕਰਕੇ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਹਦਾ ਵਰਜਨ ਲਿਆ, ਕਿ ਉਹ ਅਧਿਕਾਰੀ ਜਿਹੜਾ ਹੈਗਾ ਬਹੁਤ ਵੱਡੇ ਅਹੁਦੇ ਤੇ ਬੈਠਾ ਹੈ। ਉਹ ਪਹਿਲਾਂ ਵੀ ਸੀ ਤੇ ਉਹਦੀ ਦੁਬਾਰਾ ਵੀ ਉੱਥੇ ਨਿਯੁਕਤੀ ਹੋਈ ਹੈ ਔਰ ਉਸ ਅਧਿਕਾਰੀ ਨੂੰ ਬਹੁਤ ਹੀ ਇਮਾਨਦਾਰ ਸਮਝਿਆ ਜਾਂਦਾ ਹੈ, ਬਹੁਤ ਇਮਾਨਦਾਰ ਸਮਝਿਆ ਜਾਂਦਾ ਹੈ। ਸਾਡੇ ਵਾਲੇ ਸੱਜਣ ਜਿਹੜੇ ਹੈ ਕਈ ਵਾਰੀ ਧਰਤੀ ਪੁੱਤਰ, ਚੰਦ ਦਾ ਤਾਰਾ, ਫਲਾਨਾ ਤਿਮਕਮ ਕਰ ਵਿਸ਼ੇਸ਼ਣ ਲਾ ਲਾ ਕੇ ਉਸ ਬੰਦੇ ਨੂੰ ਵਡਿਆਉਂਦੇ ਹੈ। ਉਹਨਾਂ ਨੇ ਕਿਹਾ ਜੀ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਸੱਜਣ ਨੇ ਕੀਤਾ ਹੈ ਔਰ ਇਹਨੇ ਕਿਉਂ ਕੀਤਾ ਹੈ? ਇਹਨੇ ਕਹਿੰਦੇ ਜਿਹੜੀ ਪਿਛਲੀ ਸਰਕਾਰ ਸੀ, ਪਿਛਲੀ ਕੈਪਟਨ ਦੀ ਵੀ ਸੀ ਸਰਕਾਰ, ਤੇ ਉਹ ਸਰਕਾਰ ਚੰਨੀ ਦੀ ਵੀ ਸੀ। ਉਹਦੇ ਵਿੱਚ 3 ਵਜ਼ੀਰ ਸਾਹਿਬਾਨ ਆ ਜਿਹੜੇ, ਹਾਂਜੀ, ਉਹਨਾਂ ਵਜ਼ੀਰ ਸਾਹਿਬਾਨ ਦਾ ਇੰਟਰਸਟ ਸੀ ਇਸ ਜ਼ਮੀਨ 'ਚ। 3.5 ਕਿੱਲੇ ਜੀ, ਬਹੁਤ ਮਹਿੰਗੀ। ਹਾਂ, ਠੀਕ ਹੈ, ਬਹੁਤ ਮਹਿੰਗੀ, 100 ਕਰੋੜ ਦੇ ਨੇੜੇ ਤੇੜੇ। ਔਰ ਉਹ ਇੰਟਰਸਟ ਜਿਹੜਾ ਸੀ ਉਹ ਇਸ ਕਰਕੇ ਉਹਨਾਂ ਦਾ ਆਪਦਾ ਇੰਟਰਸਟ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ, ਉਹਨਾਂ ਦੇ ਆਪਦੇ ਨਾਲ ਕੱਖ ਨਹੀਂ ਹੈ। ਜਿਨ੍ਹਾਂ ਬੰਦਿਆਂ ਦੇ ਹੱਕ ਵਿੱਚ ਇਹ ਖਾਲੀ ਕੀਤੀ ਗਈ ਹੈ ਉਹਨਾਂ ਬੰਦਿਆਂ ਦੇ ਨਾਲ ਉਹਨਾਂ ਦਾ ਲਾਗਾ ਦਿਗਾ ਸੀ ਜੀ। ਇਸ ਕਰਕੇ ਕਹਿੰਦੇ ਵੀ ਉਹਨਾਂ ਦਾ ਪ੍ਰੈਸ਼ਰ ਸੀ, ਉਹਨਾਂ ਦੇ ਨਾਲ ਮਿਲੀ ਭੁਗਤ ਸੀ ਤੇ ਇਸ ਅਫਸਰ ਨੇ ਉਹ ਜ਼ਮੀਨ ਖਾਲੀ ਕਰਤੀ। ਹੋ ਸਕਦਾ ਲਾਇਆ ਵੀ ਇਸ ਕਰਕੇ ਗਿਆ ਹੋਵੇ ਦੂਜੀ ਵਾਰ, ਇਹਨਾਂ ਦਾ ਇਲਜ਼ਾਮ ਹੈ। ਅੱਛਾ, ਇਹਨਾਂ ਦਾ ਇਲਜ਼ਾਮ ਹੈ। ਅੱਛਾ, ਇਹੀ ਇਲਜ਼ਾਮ ਹੈ ਕਿ ਉਹਦੀ ਫਿਰ ਦੁਬਾਰਾ ਜਿਹੜੀ ਨਿਯੁਕਤੀ ਹੋਈ ਹੈ ਇਹ ਗੱਲ ਸਾਬਤ ਕਰਦੀ ਹੈ ਕਿ ਇਹ ਸਾਰਾ ਕੁਝ ਹੈ। ਹੁਣ ਇਹਦੇ ਵਿੱਚ ਜਿਹੜੀ ਹੈ ਦਾਨੇਵਾਲੀਆ ਸਾਹਿਬ ਜੇ ਇਹਨੂੰ ਆਪਾਂ ਕਰੀਏ, ਇਹ ਪ੍ਰਾਪਰਟੀ ਨੂੰ ਲਾਓ ਵੀ ਕਿੰਨੀ ਕੀਮਤ ਹੋਊ? ਮੈਂ ਤਾਂ 100 ਕਰੋੜ ਗਿਣਦਾ ਜੀ ਘੱਟੋ ਨਾ ਜੀ, ਨਾਲ 100 ਕਰੋੜ ਤੋਂ ਉੱਪਰ ਹੈ। 2-250 ਕਰੋੜ ਰੁਪਏ ਦਾ ਇੱਕ ਜਿਹੜਾ ਹੈਗਾ ਕਾਲਾ ਮਾਲਾ। ਅੱਛਾ, 2-250 ਕਰੋੜ ਰੁਪਏ ਦੀ ਜਾਇਦਾਦ ਹੈ ਜਿਹੜੀ, ਉਹ ਜਾਇਦਾਦ ਪਾਵਰ ਕਾਰਪੋਰੇਸ਼ਨ ਦੇ ਹੱਥੋਂ ਨਿਕਲ ਗਈ ਹੈ ਤੇ ਨਿਕਲੀ ਨਹੀਂ, ਉਹ ਇੱਕ ਕਨਸਪੀਰੇਸੀ ਦੇ ਰਾਹੀਂ, ਸਾਜ਼ਿਸ਼ ਦੇ ਰਾਹੀਂ ਮੁਜ਼ਰਮਾਨਾ ਜਿਹੜੀ ਹੈਗੀ ਹੈ ਐਕਟ ਹੈ, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ। ਉਹਨਾਂ ਨੇ ਡਿਮਾਂਡ ਕੀਤੀ ਹੈ ਕਿਉਂਕਿ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨਾਲ ਵੀ ਆਪਣਾ ਸੰਪਰਕ ਨਹੀਂ ਹੋ ਚੁੱਕਿਆ, ਲੇਕਿਨ ਕਾਪੀ ਸਾਡੇ ਕੋਲ ਹੈਗੀ। ਕਾਪੀ ਸਾਡੇ ਕੋਲੇ ਹੈ ਤੇ ਬਕਾਇਦਾ ਨੰਬਰ ਲੱਗਿਆ ਹੋਇਆ ਹੈ, ਰਸੀਟ ਨੰਬਰ ਵੀ ਹੈ, ਤਾਂ ਅਸੀਂ ਇਹਦਾ ਜ਼ਿਕਰ ਕਰਦੇ ਹਾਂ, ਨਹੀਂ ਤਾਂ ਅਸੀਂ ਇਹਦਾ ਜ਼ਿਕਰ ਨਹੀਂ ਕਰਦੇ। ਇਹ ਅਜੇ ਤੱਕ ਇਸ ਕੇਸ ਦਾ ਇੱਕ ਪਹਿਲੂ ਹੈ, ਅਗਲੇ ਪਹਿਲੂ ਹੋਰ ਆ ਰਹੇ। ਅੱਛਾ ਜੀ, ਇਹ ਨਹੀਂ ਕਿ ਗੱਲ ਇੱਥੇ ਮੁੱਕਦੀ ਹੈ, ਇਹ ਲੜੀ ਚੱਲੂਗੀ ਕਿ ਹੋਰ ਫਿਰ ਕਿਵੇਂ ਚੂਨਾ ਲਾਇਆ। ਅੱਜ ਇਹ ਪਹਿਲੀ ਕਿਸ਼ਤ ਹੈ, ਅਗਲੀ ਕਿਸ਼ਤ ਅਸੀਂ ਫੇਰ ਦੱਸਾਂਗੇ। ਕਈ ਵਾਰੀ
ਅਖਬਾਰਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਅਖਬਾਰਾਂ ਦੇ ਵਿੱਚ ਇਹ ਗੱਲ ਲੱਗ ਜਾਂਦੀ ਹੁੰਦੀ ਹੈ ਵੀ ਕਿਸ਼ਤ ਜਾਰੀ ਹੈ ਤੇ ਫਿਰ ਮੁੜ ਕੇ ਕਿਸ਼ਤ ਨਹੀਂ ਛੱਡਦੇ। ਉਹਦਾ ਮਤਲਬ ਕੀ ਹੁੰਦਾ? ਉਹਦਾ ਹੁੰਦਾ ਕਿ ਉਹ ਸੱਦਾ ਦਿੰਦੇ ਹੁੰਦੇ ਆ। ਅਸੀਂ ਸਪਸ਼ਟ ਕਰ ਦਿੰਦੇ ਹਾਂ ਸਾਡੇ ਸਰੋਤਿਆਂ ਨੂੰ ਕਿ ਅਸੀਂ ਇਹ ਜਿਹੜੀ ਪੀਲੀ ਪੱਤਰਕਾਰੀ ਹੈ ਨਾ ਪਹਿਲਾਂ ਕੀਤੀ ਹੈ ਤੇ ਨਾ ਅੱਜ ਕੀਤੀ ਹੈ। ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਬਿਜਲੀ ਕਾਰਪੋਰੇਸ਼ਨ ਨੂੰ ਪਾਵਰ ਜਿਹੜੀ ਕਾਰਪੋਰੇਸ਼ਨ ਹੈ ਇਹਨੂੰ ਚੂਨਾ ਕਿਵੇਂ ਲਾਇਆ, ਜਿਹੜਾ ਇਹਨੂੰ ਕਰੰਟ ਲਾ ਕੇ ਮਾਰਿਆ ਜਾਂਦਾ, ਜਿਹੜਾ ਇਹਨੂੰ ਕਰੰਟ ਲਾਇਆ ਜਾਂਦਾ, ਇਹਦੇ ਕਰੰਟ ਲਾ ਕੇ ਜਿਹੜਾ ਹੈਗਾ ਬੇਵਕਤੀ ਜਿਹੜੀ ਮੌਤ ਮਾਰਿਆ ਜਾ ਰਿਹਾ ਹੈ, ਇਹਦੇ ਹੋਰ ਕੀ ਕਾਰਨ ਹੈ, ਕਿਵੇਂ ਬਿਜਲੀ ਸਮਝੌਤੇ ਹੋਏ ਉਹ ਵੀ ਆਪਦੀ ਥਾਂ ਦੇ ਇੱਕ ਹੈ, ਪਰ ਹੋਰ ਸਾਧਨਾਂ ਦੇ ਰਾਹੀਂ ਉਹਨੂੰ ਕਿਵੇਂ ਚੂਨਾ ਲਾਇਆ ਗਿਆ ਤੇ ਅਦਾਲਤਾਂ ਨੇ ਕਿਵੇਂ ਅਧਿਕਾਰੀਆਂ ਨੂੰ ਫਟਕਾਰਾਂ ਪਾਈਆਂ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਔਰ ਮੈਂ ਦੱਸ ਦੇਵਾਂ ਜੀ ਕਿ ਇਹ ਸਾਰਾ ਕੁਝ ਜਿਨ੍ਹਾਂ ਅਧਿਕਾਰੀਆਂ ਦੇ ਦੌਰ ਦੇ ਵਿੱਚ ਹੋਇਆ, ਅੱਜ ਵੀ ਉਹ ਅਧਿਕਾਰੀ ਨਾ ਸਿਰਫ ਪਾਵਰਕਾਮ ਦੇ ਵਿੱਚ ਜੀ ਸਗੋਂ ਉਹ ਉੱਪਰਲੇ ਜਿਹੜੇ ਪ੍ਰਸ਼ਾਸਨਿਕ ਦੇ ਸਿਖਰਲੇ ਅਹੁਦੇ ਦੇ ਉੱਤੇ ਤਾਇਨਾਤ ਹੈ ਜੀ। ਸੋ ਆਪਾਂ ਕੁਝ ਵਪਾਰਕ ਸਨੇਹ ਦੇ ਦਈਏ ਢਿੱਲੋਂ ਸਾਹਿਬ ਤੇ ਫਿਰ ਅਗਲੀ ਖਬਰ ਵੱਲ ਚੱਲਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋ ਤੇ ਕੁਝ ਵਪਾਰਕ ਸਨੇਹ ਲੈ ਲਈਏ ਤੇ ਫਿਰ ਹਾਜ਼ਰ ਹੁੰਨੇ ਆ। ਸੋ ਜੁੜੇ ਰਹੋ ਰੇਡੀਓ ਪੰਜਾਬ। ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661 797 2354। ਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL because we care। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੇ ਅਗਲੀ ਖਬਰ ਵੱਲ ਢਿੱਲੋਂ ਸਾਹਿਬ ਨਜ਼ਰ ਮਾਰੀਏ ਤਾਂ ਚਰਚਾ ਬਿਜਲੀ ਦੀ ਕੀਤੀ ਆਪਾਂ ਤੇ ਬਿਜਲੀ ਦਾ ਹੀ ਅੱਗੇ ਗੱਲ ਤੋਰਦੇ ਹਾਂ। ਅੱਜ ਕਿਸਾਨ ਵੀ ਜਿਹੜੇ ਆ ਵੱਖ-ਵੱਖ ਥਾਵਾਂ ਦੇ ਉੱਤੇ ਚੱਕਾ ਜਾਮ ਕਰਤਾ ਜੀ ਉਹਨਾਂ ਨੇ ਤਿੱਖੜ ਦੁਪਹਿਰੇ। ਕਹਿੰਦੇ ਇੱਕ ਮੌਕਾ ਆਪ ਨੂੰ ਬਿਜਲੀ ਨਾ ਦਿਨੇ ਨਾ ਰਾਤ। ਇਹ ਗੱਲ ਜਿਹੜੀ ਕਹੀ ਹੈ ਜੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜੀ। ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਮੌਕਾ ਆਪ ਨੂੰ ਜਿਹੜਾ ਗੱਲ ਕਿਹਾ, ਕੱਲਾ ਆਪ ਨੂੰ ਨਹੀਂ ਗੱਲ ਕਹੀ, ਨਾਲ ਉਹਨਾਂ ਨੇ ਆਪਣੇ ਬਹੁਤ ਹੀ ਪਰਮ ਮਿੱਤਰ ਜੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਵੀ ਕਹੀ। ਅੱਛਾ ਜੀ। ਹੁਣ ਸਵਾਲ ਫਿਰ ਇਹ ਹੋ ਜਾਊਗਾ ਕਿ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿਉਂ ਕਹੀ ਹੈ? ਕਿਉਂਕਿ ਕੁਝ ਦਿਨ ਪਹਿਲਾਂ ਜੀ ਜਦੋਂ ਇਹਨਾਂ ਦਾ ਕਿਸੇ ਮਾਮਲੇ 'ਚ ਇਕੱਠੇ ਹੋਏ ਸੀ ਸਾਰੇ ਕਾਂਗਰਸੀ, ਸ਼ਾਇਦ ਮੇਰਾ ਖਿਆਲ ਉਸ ਦਿਨ ਦੀ ਗੱਲ ਹੀ ਹੈ ਜਦੋਂ ਰਾਜਾ ਵੜਿੰਗ ਨੇ ਟੇਕ ਓਵਰ ਕੀਤਾ ਹੈ ਜੀ। ਤੇ ਸਿੱਧੂ ਸਾਹਿਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਗਏ ਸੀ। ਫੰਕਸ਼ਨ ਦੇ ਵਿੱਚ ਭਾਵੇਂ ਨਹੀਂ ਉਹ ਸ਼ਾਮਲ ਹੋਏ ਜੀ, ਰਾਜਾ ਵੜਿੰਗ ਨੂੰ ਵਧਾਈ ਦੇ ਕੇ ਤੇ ਉਹ ਵਾਪਸ ਆ ਗਏ ਸੀ। ਤੇ ਵਾਪਸ ਆਉਣ ਵੇਲੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਘੇਰਿਆ ਸੀ ਤੇ ਉਦੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਜੀ ਕਿ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਇਮਾਨਦਾਰ ਆਦਮੀ, ਮੇਰਾ ਛੋਟਾ ਭਾਈ ਹੈ ਜੀ, ਔਰ ਜੇ ਇਹਨਾਂ ਨੇ ਮਾਫੀਆ ਦੀ ਨਕੇਲ ਕਸੀ ਤੇ ਮੈਂ ਇਹਨਾਂ ਦੀ ਡਟਵੀਂ ਹਮਾਇਤ ਕਰੂੰਗਾ। ਉਦੋਂ ਕਿੰਤੂ ਪਰੰਤੂ ਵੀ ਹੋਣ ਲੱਗ ਗਿਆ ਸੀ। ਬਹੁਤ ਸਾਰੇ ਲੋਕ ਇਹ ਕਹਿਣ ਲੱਗੇ ਸੀ ਕਿ ਜੀ ਹੁਣ ਇਹਨਾਂ ਨੇ ਰਹਿਣਾ ਨਹੀਂ ਕਾਂਗਰਸ ਪਾਰਟੀ ਸਿੱਧੂ ਸਾਹਿਬ ਜੀ, ਤੇ ਇਹਨਾਂ ਨੇ ਜਿਹੜੀ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ ਸ਼ਾਇਦ ਇਹ ਆਮ ਆਦਮੀ ਪਾਰਟੀ ਦੇ ਨੇੜੇ ਹੋ ਜਾਏ ਜੀ ਜੀ। ਜਾਂ ਕਈਆਂ ਨੇ ਉਹ ਤੋਂ ਵੀ ਗਾਂਹ ਟੱਪ ਗਏ ਸੀ ਕਿ ਹੁਣ ਭਗਵੰਤ ਸਿੰਘ ਮਾਨ ਤੇ ਨਵਜੋਤ ਸਿੰਘ ਸਿੱਧੂ ਮਿਲ ਕੇ ਕੋਈ ਨਵਾਂ ਇਨਕਲਾਬ ਲਿਆਉਣਗੇ। ਇਹ ਗੱਲਾਂ ਵੀ ਹੋ ਗਈਆਂ ਸੀ। ਫਿਰ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਦਿੱਲੀ ਦੇ ਮੁੱਖ ਮੰਤਰੀ ਨਾਲ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਗਿਆਨ ਦਾ ਤਬਾਦਲਾ, ਐਕਸਚੇਂਜ ਆਫ ਨੌਲੇਜ, ਅਸੀਂ ਉਹਦੇ ਬਾਰੇ ਕੀਤਾ। ਉਹਦੇ 'ਤੇ ਵੀ ਕਿੰਤੂ ਪਰੰਤੂ ਹੋਇਆ ਸੀ। ਭਗਵੰਤ ਸਿੰਘ ਮਾਨ ਦੇ ਇਸ ਐਕਸ਼ਨ ਦੇ ਖਿਲਾਫ ਉਸ ਵੇਲੇ ਬੋਲੇ ਸੀ ਜੀ, ਬਾਕੀ ਤਾਂ ਬੋਲੇ ਸੀ, ਨਵਜੋਤ ਸਿੰਘ ਸਿੱਧੂ ਵੀ ਬੋਲੇ ਸੀ। ਤੇ ਫਿਰ ਭਗਵੰਤ ਸਿੰਘ ਮਾਨ ਜਦੋਂ ਤੁਸੀਂ ਦੇਖਿਆ ਉਹਨੇ ਇੱਕ ਵੀਡੀਓ ਦੇ ਵਿੱਚ ਆਉਂਦੇ ਹੈ ਜੀ,
ਤੇ ਵੀਡੀਓ ਦੇ ਵਿੱਚ ਆ ਕੇ ਉਹ ਫਿਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਬੋਲਿਆ ਸੀ ਇਕੱਲੇ ਨਾਲੋਂ ਗੱਲ ਕਰਦੇ ਕਿ ਤੂੰ ਕੀ ਹੈ ਤੂੰ ਕੀ ਹੈ ਤੂੰ ਕੀ ਹੈ। ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਸੀ ਸਿੱਧੂ ਸਾਹਿਬ ਨੂੰ ਕਿ ਸਿੱਧੂ ਸਾਹਿਬ ਤੁਸੀਂ ਤੁਹਾਡੀ ਪਾਰਟੀ ਤੁਹਾਨੂੰ ਕੋਈ ਪ੍ਰਵਾਨਗੀ ਦਿੰਦੀ ਹੈ ਕਿ ਨਹੀਂ ਦਿੰਦੀ। ਜੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਤੁਸੀਂ ਰਾਜਪੁਰਾ ਦੇ ਥਰਮਲ ਪਲਾਂਟ ਦੇ ਮੂਹਰੇ ਇੱਕ ਧਰਨਾ ਲਾਇਆ ਸੀ 15-20 ਬੰਦੇ ਲੈ ਕੇ, ਜੀ ਨਾਲ ਟੀਚਰ ਵੀ ਕੀਤੀ ਸੀ ਹਾਂ। ਵੀ ਤੇਰੇ ਕੋਲ ਤਾਂ 15-20 ਬੰਦਿਆਂ ਤੋਂ ਵੱਧ ਹੈ ਨਹੀਂ। ਜੀ ਹਾਲਾਂਕਿ ਉਹ ਜਿਹੜੇ 15-20 ਬੰਦੇ ਕਹਿੰਦੇ ਆ ਉਹ ਬੰਦੇ ਸਾਬਕਾ MLA, ਜੀ ਉਹ ਕੈਂਡੀਡੇਟ ਸੀ, ਉਹਨਾਂ ਨੂੰ ਵੋਟਾਂ ਵੀ ਪਈਆਂ। ਇੱਕ ਦੋਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਸਭ ਦੀਆਂ ਜ਼ਮਾਨਤਾਂ ਨਹੀਂ ਜ਼ਬਤ ਹੋਈਆਂ ਵੀ। ਜੀ ਉਹ ਚਲੋ ਕੁਝ ਲੋਕਾਂ ਨੇ ਵੋਟਾਂ ਪਾਈਆਂ, ਡੈਮੋਕ੍ਰੇਸੀ ਦੇ ਵਿੱਚ ਇੱਕ ਜਿੱਤ ਜਾਂਦਾ, ਇੱਕ ਹਾਰ ਜਾਂਦਾ, ਹੁੰਦਾ ਰਹਿੰਦਾ ਹੈ। ਪਰ ਜੇ ਪ੍ਰੋਮੀਨੈਂਟ ਬੰਦੇ ਜਾ ਕੇ ਧਰਨੇ ਤੇ ਬਹਿੰਦੇ, ਕੋਈ ਪ੍ਰੋਟੈਸਟ ਜ਼ਾਹਰ ਕਰਦੇ ਹੈ, ਤਾਂ ਹੁੰਦੇ ਕਿਸੇ ਜ਼ਮਾਨੇ 'ਚ ਭਗਵੰਤ ਸਿੰਘ ਮਾਨ ਹੋਰੀ ਵੀ ਜਦੋਂ ਧਰਨੇ ਤੇ ਬਹਿੰਦੇ ਰਹੇ, ਉਹਨਾਂ ਨਾਲ ਵੀ ਇਹੀ ਕੁਛ ਹੁੰਦਾ। ਇਹਨਾਂ ਨੇ ਜਦੋਂ ਗੱਲ ਕਹੀ ਕਿ ਤੁਹਾਡੇ ਨਾਲ 15-20 ਬੰਦੇ ਸੀ, ਤੁਸੀਂ ਮੇਰੇ ਬਾਰੇ ਵੀ ਪੁੱਠਾ ਸਿੱਧਾ ਬੋਲਿਆ ਸੀ, ਤੇ ਨਾਲ ਕਹਿੰਦੇ ਵੀ ਤੁਹਾਡੇ ਪ੍ਰਧਾਨ ਰਾਜੇ ਵੜਿੰਗ ਨੇ ਕਹਿਤਾ ਸੀ ਕਿ ਉਸ ਇਕੱਠ ਦੇ ਨਾਲ, ਉਸ ਸੈਕਸ਼ਨ ਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸੰਬੰਧ ਨਹੀਂ। ਜੀ ਇਹਦਾ ਮਤਲਬ ਤੁਹਾਨੂੰ ਕਾਂਗਰਸ ਪਾਰਟੀ ਪ੍ਰਵਾਨਗੀ ਰਿਕੋਗਨਾਈਜ਼ ਨਹੀਂ ਕਰਦੀ ਹੈ, ਪਹਿਲਾਂ ਤੁਸੀਂ ਪ੍ਰਵਾਨਗੀ ਲੈ ਲਓ। ਇਹ ਗੱਲ ਉਹਨਾਂ ਨੇ ਇੱਕ ਨਿਸ਼ਾਨੇ ਦੇ ਤੌਰ ਤੇ ਕਹੀ ਸੀ। ਹੁਣ ਇਸ ਵੇਲੇ ਬਿਜਲੀ ਸੰਕਟ ਨੇ ਬਹੁਤ ਵਿਕਰਾਲ ਰੂਪ ਧਾਰਿਆ। ਬਹੁਤ ਬੁਰਾ, ਬਹੁਤ। ਪਿਛਲੇ 20 ਸਾਲਾਂ ਦੇ ਵਿੱਚ ਸੰਕਟ ਇਸ ਲੈਵਲ ਤੇ ਨਹੀਂ ਸੀ ਆਇਆ। ਅਸੀਂ ਇਹਦਾ ਜਿਹੜਾ ਹੈਗਾ ਬਲੇਮ ਜਾਂ ਮੌਜੂਦਾ ਸਰਕਾਰ ਨੂੰ ਨਹੀਂ ਦਿੰਦੇ, ਮੌਜੂਦਾ ਸਰਕਾਰ ਤੇ ਨਹੀਂ ਲਾਉਂਦੇ ਇਹਦੇ ਬਾਰੇ, ਕਿਉਂਕਿ ਕੋਲੇ ਦੀ ਜਿਹੜੀ ਕਮੀ ਹੈ ਉਹ ਸਾਰੇ ਦੇਸ਼ 'ਚ ਹੈ। ਉਹ ਬਣਾਈ ਗਈ ਹੈ, ਉਹ ਬਣਾਈ ਗਈ ਹੈ, ਜੋ ਵੀ ਹੈਗੇ ਆ ਸਾਰੇ ਦੇਸ਼ ਦੇ ਵਿੱਚ ਕੋਲੇ ਦੀ ਕਮੀ ਹੈ, ਤੇ ਸਾਰੇ ਹੀ ਦੇਸ਼ ਦੇ ਵਿੱਚ ਜਿਹੜੀ ਹੈਗੀ ਹੈ ਬਿਜਲੀ ਦੀ ਪ੍ਰੋਡਕਸ਼ਨ ਘੱਟ ਹੈ। ਜੀ ਪੰਜਾਬ ਦੇ ਵਿੱਚ ਜਿੰਨੀ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ, ਉਹਦਾ ਮਤਲਬ ਮੇਰਾ ਖਿਆਲ ਹੈ ਵੀ ਤੀਜਾ ਹਿੱਸਾ, 2 ਹਿੱਸੇ ਹੁੰਦੀ ਹੈ, ਤੀਜਾ ਹਿੱਸਾ ਨਹੀਂ ਹੁੰਦੀ। ਜੀ ਜੀ ਉਹਦਾ ਨਤੀਜਾ ਇਹ ਹੋਇਆ ਕਿ ਪਿੰਡਾਂ ਦੇ ਵਿੱਚ ਕਿਤੇ 2 ਘੰਟੇ, ਕਿਤੇ 3 ਘੰਟੇ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਬਿਜਲੀ ਨਹੀਂ ਆਉਂਦੀ। ਔਰ ਇਹਦੇ ਨਾਲ ਨੁਕਸਾਨ ਬਹੁਤ ਡਾਢਾ ਹੋ ਰਿਹਾ ਹੈ ਜੀ ਇਹਨਾਂ ਦਾ, ਕਿਸਾਨਾਂ ਦਾ। ਜੀ ਜਿਹੜਾ ਉਹ ਡਾਢਾ ਨੁਕਸਾਨ ਹੋ ਰਿਹਾ ਹੈ, ਉਸ ਨੁਕਸਾਨ ਦੀ ਪੂਰਤੀ ਹੋਣੀ ਤਾਂ ਦੂਰ ਦੀ ਗੱਲ, ਸਗੋਂ ਉਹਦੇ ਨਾਲ ਹੋਰ ਜ਼ਿਆਦਾ ਨੁਕਸਾਨ ਹੋਣ ਦੇ ਚਾਂਸਸ ਵੀ ਬਣਦੇ ਹੈ। ਜੀ ਕਿਉਂਕਿ ਇਹ ਮਹੀਨਾ ਅਪ੍ਰੈਲ ਦਾ ਲਾਸਟ ਹੈ, ਲਾਸਟ ਦਿਨ ਚੱਲਦੇ ਅਪ੍ਰੈਲ ਦੇ, ਇਹ ਤੋਂ ਬਾਅਦ ਮਈ ਨਹੀਂ ਹੋਣੀ। ਮਈ ਦੇ ਵਿੱਚ ਗਰਮੀ ਹੋਰ ਹੋਣੀ ਹੈ, ਜੂਨ 'ਚ ਹੋਰ ਵੀ ਜ਼ਿਆਦਾ ਹੋਣੀ। ਫਿਰ ਨਾਲੇ ਉਧਰ ਜੂਨ 'ਚ ਤਾਂ ਵੱਧ ਜਾਣਾ ਜੀ ਝੋਨੇ ਦਾ ਵੀ। ਇਹੀ ਹੈ ਨਾ ਵੀ ਅੱਗੇ ਝੋਨੇ ਦੀ ਜਿਹੜੀ ਹੈਗੀ ਹੈ ਫਸਲ ਲੱਗਣੀ ਹੈ, ਉਹਦੇ ਵਿੱਚ ਬਿਜਲੀ ਦੀ ਬਹੁਤ ਜ਼ਿਆਦਾ ਜਿਹੜੀ ਹੈ ਲੋੜ ਪੈਣੀ ਹੈ। ਹੁਣ ਕਣਕ ਇਹਦੇ ਨਰਮੇ ਵਾਸਤੇ ਲੋੜ ਹੈ, ਇਸ ਖੱਤੇ ਨਰਮੇ ਵਾਸਤੇ ਲੋੜ ਹੈਗੀ ਇਸ ਖਿੱਤੇ ਦੇ ਵਿੱਚ, ਤੇ ਕਿਸਾਨਾਂ ਨੇ ਇਹਨੂੰ ਨੋਟ ਵੀ ਕੀਤਾ ਕਿ ਸਾਡੇ ਨਾਲ ਬੁਰੀ ਹੋ ਰਹੀ ਹੈ। ਅੱਜ ਮੈਂ ਉਹ ਜਿਹੜੇ ਹੈਗੇ ਮਿਸਟਰ ਪੰਧੇਰ, ਭਾਰਤੀ ਉਹਦੀ ਆਪਣੀ ਸਿੱਧੂਪੁਰ ਵਾਲੇ, ਨਹੀਂ ਜੀ ਨਹੀਂ, ਜਿਹੜੀ ਉਹ ਕਿਸਾਨ ਮਜ਼ਦੂਰ ਯੂਨੀਅਨ ਵਾਲੇ, ਅੱਛਾ ਮਾਝੇ ਵਾਲੇ, ਮੈਂ ਉਹਨਾਂ ਦੀ ਇੱਕ ਗੱਲ ਸੁਣ ਰਿਹਾ ਸੀ। ਉਹ ਕਹਿੰਦੇ ਵੀ ਸਾਨੂੰ ਪ੍ਰੋਬਲਮ ਜਿਹੜੀ ਹੋਈ ਪਈ ਹੈ ਨਾ, ਉਹ ਜਿਹੜੇ ਡੰਗਰਾਂ ਦੇ ਲਈ ਪੱਠੇ ਹੈ, ਪੱਠਿਆਂ ਦੀ ਪੱਠੇ ਮੱਚੀ ਜਾਂਦੇ, ਹਾਂ ਪੱਠੇ ਮੱਚੀ ਜਾਂਦੇ, ਅਸੀਂ ਇਹਨਾਂ ਨੂੰ ਪਾਵਾਂਗੇ ਕੀ। ਵੈਸੇ ਪਹਿਲੀ ਵਾਰ ਤਾਂ ਨਾਲ ਸਭ ਕਈ ਵਾਰੀ ਉਧਰ ਤੂੜੀ ਅਸਮਾਨੀ ਚੜੀ ਵੀ ਹੈ। ਮਾਮਲੇ 'ਚ ਬਹੁਤ ਇੱਕ ਵੱਡੀ ਪ੍ਰੋਬਲਮ ਇਹ ਹੋ ਗਈ ਹੈ, ਜਦੋਂ ਤਾਂ ਮਤਲਬ ਵੀ ਹਾਲਾਤ ਹੁੰਦੇ ਆ ਨਾਰਮਲ, ਤੇ ਆਪਾਂ ਕਹਿੰਦੇ ਵੀ ਸਾਨੂੰ ਤੂੜੀ ਦੀ ਲੋੜ ਨਹੀਂ, ਅੱਗ ਲਾ ਦਿੰਦੇ, ਉਦੋਂ ਤਾਂ ਰੌਲਾ ਪੈਂਦਾ, ਕਹਿੰਦੇ ਵੀ ਇਹ ਪੰਜਾਬ ਦੇ ਕਿਸਾਨ ਜਿਹੜੇ ਹੈਗੇ ਪ੍ਰਦੂਸ਼ਣ ਫੈਲਾਉਂਦੇ ਆ, ਇਹ ਦਿੱਲੀ ਦਾ ਜਿਹੜਾ ਵਾਤਾਵਰਨ ਖਰਾਬ ਕਰਦੇ ਆ। ਹੁਣ ਜੇ ਪ੍ਰੋਜੈਕਟ ਲੱਗੇ, ਕੁਝ ਪ੍ਰੋਜੈਕਟ ਇਹੋ ਜਿਹੇ ਲੱਗੇ ਜਿੱਥੇ ਤੂੜੀ ਮੱਚਦੀ ਹੈ, ਜਿੱਥੇ ਕਣਕ ਦੇ ਰਹਿੰਦ ਖੂਨ ਦੀ ਖਪਤ ਹੁੰਦੀ ਹੈ, ਉਹ ਮੱਚਦੀ ਹੈ, ਉਹ ਜੇ ਉਧਰ ਨੂੰ ਜਾਂਦੀ ਹੈ ਤੇ ਇਹਦੀ ਜਿਹੜੀ ਹੈਗੀ ਆ ਪ੍ਰੋਡਕਸ਼ਨ ਘਟ ਗਈ। ਪ੍ਰੋਡਕਸ਼ਨ ਘਟਣ ਨਾਲ ਗਊਸ਼ਾਲਾਵਾਂ ਦਾ ਵੀ ਬੁਰਾ ਹਾਲ ਹੈ, ਤੇ ਗਰੀਬ ਲੋਕ ਤਾਂ ਜਮਾ ਹੀ ਸੁੱਤੇ ਪਏ, ਗਰੀਬ ਲੋਕ ਜਿਹੜੇ ਜਮਾ ਮਾਜੇ ਗਏ, ਬੰਦਾ ਤਾਂ ਪਸ਼ੂ ਛੱਡਣ ਨੂੰ ਤਿਆਰ ਹੋਏ ਬੈਠੇ, ਕਿੱਥੋਂ ਦੇਣਗੇ। ਪਰ ਇੱਕ ਚੀਜ਼ ਹਰਿਆਣੇ ਦੇ ਸਿਰਸੇ ਦੇ ਡੀਸੀ ਨੇ ਹੁਕਮ ਕਰਤਾ ਵੀ ਅਸੀਂ ਹੋਰ ਸੂਬੇ 'ਚ, ਮੇਰੇ ਜ਼ਿਲ੍ਹੇ ਤੋਂ ਕਹਿੰਦਾ ਬਿਨਾਂ ਪਸ਼ੂਆਂ ਤੋਂ ਬਾਹਰ ਤੂੜੀ ਨਹੀਂ ਜਾਊਗੀ। ਦਾਨੇ ਵਾਲੀਆ ਸਾਹਿਬ ਉੱਥੇ ਦੂਜੀ ਵੀ ਟੈਕਸ ਵੀ ਸ਼ੁਰੂ ਹੋ ਗਏ, ਗੁੰਡਾ ਟੈਕਸ ਵੀ ਸ਼ੁਰੂ ਹੋ ਗਿਆ ਹਰਿਆਣੇ 'ਚ। ਅੱਛਾ, ਪੰਜਾਬ ਦੇ ਵਿੱਚੋਂ ਜੇ ਟਰਾਲੀ ਭਰ ਕੇ ਤੁਸੀਂ ਲੈ ਕੇ ਜਾਂਦੇ ਤਾਂ ਹਰਿਆਣੇ ਜਾਂਦੇ ਨੂੰ ਉੱਥੋਂ ਧੱਕਦੇ ਆ, ਕਹਿੰਦੇ ਪਾ ਕੇ ਆ ਗਊਸ਼ਾਲਾ 'ਚ। ਅੱਛਾ, ਉਹ ਵੀ ਕੰਮ ਚੱਲ ਰਿਹਾ, ਉਹ ਕਹਿੰਦੇ ਦੇ 500 ਰੁਪਇਆ ਦੇ ਦਿਓ ਇਹਨਾਂ ਨੂੰ, ਜੇ ਲੈਣਾ ਲੈ ਲਓ, ਨਹੀਂ ਭਾਜੋ। ਇਹ ਗੱਲ ਵੀ ਚੱਲ ਰਹੀ ਹੈ। ਅੱਛਾ, ਇਹ ਮਤਲਬ ਇੱਕ ਐਕਸਪਲੋਇਟੇਸ਼ਨ ਵੀ ਸ਼ੁਰੂ ਹੋ ਗਈ ਜੇ ਪੰਜਾਬ ਦੇ ਵਿੱਚ ਜਾਂਦੀ ਹੈ। ਬੜੀਆਂ ਦੋਨੇ ਚੀਜ਼ਾਂ ਹੁੰਦੀਆਂ। ਹੁਣ ਇੱਕ ਪ੍ਰੋਬਲਮ ਹੈ, ਵੱਡੀ ਪ੍ਰੋਬਲਮ ਹੈ ਜੀ। ਇਸ ਪ੍ਰੋਬਲਮ ਨੂੰ ਲੈ ਕੇ ਚਲੋ ਕ੍ਰਿਟੀਸਾਈਜ਼ ਕਰਨਾ ਵਿਰੋਧੀ ਧਿਰ ਵਾਲੇ ਨੇ ਕਰਨਾ ਹੀ ਕਰਨਾ। ਨਵਜੋਤ ਸਿੰਘ ਸਿੱਧੂ ਨੇ ਕਹਿੰਦਾ ਜੀ ਇੱਕ ਮੌਕਾ ਦੇ ਦਿਓ ਆਪ ਨੂੰ, ਬਿਜਲੀ ਨਾ ਦਿਨੇ ਆਉਂਦੀ ਹੈ ਨਾ ਰਾਤ ਨੂੰ। ਉਹਨੇ ਇਹ ਗੱਲ ਕਹਿਤੀ, ਉਹਨੇ ਇੱਕ ਚਟਕਾਰਾ ਲਿਆ ਇਹਦੇ। ਦੂਜੇ ਪਾਸੇ ਰਾਜਾ ਵੜਿੰਗ ਸਾਹਿਬ ਹੈ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ। ਉਹਨਾਂ ਨੇ ਭਗਵੰਤ ਮਾਨ ਦੀ ਇੱਕ ਪੁਰਾਣੀ ਜਿਹੜੀ ਸਕਿੱਟ ਹੈ ਉਹ ਕੱਢ ਲਈ। ਉਹ ਕੱਢ ਕੇ ਉਸ ਸਕਿੱਟ ਦੇ ਵਿੱਚ ਭਗਵੰਤ ਸਿੰਘ ਮਾਨ ਕੀ ਕਹਿੰਦੇ ਆ ਵੀ ਜੀ ਸਾਡੇ ਜਵਾਕ ਤਾਂ ਜਿਹੜੇ ਹੈਗੇ ਜੀ ਟਰਾਂਸਫਾਰਮਰਾਂ ਤੇ ਖੇਡਦੇ ਫਿਰਦੇ ਆ, ਘਰ ਦੇ ਹਟਾਉਂਦੇ ਹੀ ਨਹੀਂ। ਹਟਾਉਣ ਕੇ ਉਹਨਾਂ ਨੂੰ ਪਤਾ ਇੱਥੇ ਕਿਹੜਾ ਕਰੰਟ ਮਾਰ ਰਿਹਾ, ਇਹਦੇ ਕਿਹੜਾ ਬੁੜੀਆਂ ਤਾਂ ਕਹਿੰਦਾ ਤਾਰਾਂ ਤੇ ਤਣੀਆਂ ਬਣਾਈ ਫਿਰਦੀਆਂ। ਹਾਂ, ਤਾਰਾਂ ਦੇ ਤੇ ਬੁੜੀਆਂ ਤੇ ਕਹਿੰਦੇ ਕੱਪੜੇ ਧੋ ਕੇ ਪਾਈ ਜਾਂਦੀਆਂ ਜੀ। ਉਹ ਕੀ ਹੈ, ਉਹ ਤਾਂ ਕੱਪੜੇ ਸੁਕਾਉਂਦੀਆਂ ਉਹਦੇ ਤੇ ਹੁਣ ਉਹੀ ਉਹਨੇ ਪਾਤੀ ਚੱਕ ਕੇ। ਉਹ ਕਹਿੰਦਾ ਦੇਖੋ ਜੀ ਕੱਪੜੇ ਸੁਕਾਈ ਜਾਂਦੇ। ਕਸੂਰ ਇਹਦੇ 'ਚ ਜੇ ਦੇਖੀਏ ਆਪਾਂ ਤਾਂ ਜੰਮ ਕੇ
45 ਕੁ ਦਿਨ, 1.5 ਮਹੀਨੇ ਦੀ ਸਰਕਾਰ ਦੀ ਉਮਰ ਹੋਈ ਹੈ। ਇਸ 1.5 ਮਹੀਨੇ 'ਚ ਕੀ ਹੋ ਜਾਊਗਾ? ਵੈਸੇ ਭਗਵੰਤ ਮਾਨ ਜਿਹੜੇ ਹੈਗੇ ਥੋੜੇ ਜਿਹੇ ਆਸ਼ਾਵਾਦੀ ਜ਼ਿਆਦਾ ਹੈ ਜੀ। ਪਿਛਲੇ ਦਿਨਾਂ 'ਚ ਉਹ ਗਏ ਸੀ ਦਿੱਲੀ ਤੇ ਉਦੋਂ ਉਹ ਸਾਡੇ ਕੇਂਦਰੀ ਬਿਜਲੀ ਮੰਤਰੀ ਨੂੰ ਮਿਲ ਕੇ ਆਏ ਤੇ ਆ ਕੇ ਬਿਆਨ ਦਿੱਤਾ ਸੀ ਵੀ ਬਿਜਲੀ ਮੰਤਰੀ ਨੇ ਮੈਨੂੰ ਭਰੋਸਾ ਦਵਾਇਆ ਵੀ ਤੁਹਾਨੂੰ ਕੋਲੇ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਆ ਗਿਆ ਕੋਲ? ਨਹੀਂ ਹੈ ਨਾ ਬਿਜਲੀ ਮੰਤਰੀ ਨੇ ਤਾਂ ਦੇਣਾ ਨਹੀਂ ਕੋਲਾ। ਮੈਂ ਤੁਸੀਂ ਗੱਲ ਦੇਖੋ ਕਿ ਕੱਲੇ ਭਰੋਸਾ ਤੇ ਮਾਈਨਿੰਗ ਮਿਨਿਸਟਰ ਦਾ ਕੰਮ ਜਿਹੜਾ ਸਾਨੂੰ ਦੇਣਾ ਉਹ ਕਿਹੜਾ ਦੇਈ ਜਾਂਦੇ ਹੈ। ਕੇਂਦਰੀ ਪੂਲ ਦੇ ਵਿੱਚੋਂ ਆਪਾਂ ਬਿਜਲੀ ਮੰਗੀ ਸੀ, ਉਹ ਤਾਂ ਕਹਿੰਦੇ ਇੰਪੋਰਟ ਕਰੋ ਜਿਹੜਾ ਉਹ ਆ ਰਿਹਾ ਆਸਟ੍ਰੇਲੀਆ ਮਿੱਤਰ ਦਾ। ਹਾਂ, ਕੇਂਦਰੀ ਪੂਲ ਦੇ ਵਿੱਚੋਂ ਅਸੀਂ ਮੰਗੀ ਸੀ ਬਿਜਲੀ ਕਿ ਜੀ ਸਾਨੂੰ ਬੋਲੋ ਬਿਜਲੀ ਦੇ ਦਿਓ ਕੇਂਦਰੀ, ਉਹਦੇ 'ਚ ਆਪਾਂ ਪੈਸੇ ਦੇਣੇ। ਹਾਂ ਉਹਨੂੰ ਕਹਿੰਦੇ ਤੁਹਾਡੇ ਵਾਸਤੇ ਹੈ ਨਹੀਂ। ਹਰਿਆਣੇ ਨੇ ਮੰਗੀ ਨਹੀਂ ਸੀ, ਉਹਨਾਂ ਨੂੰ ਦੇਤੀ, ਮਤਲਬ ਪੰਜਾਬ ਨੂੰ ਨਾ ਦੇਣੀ ਪਵੇ। ਹੁਣ ਬਹਾਨਾ ਕੀ ਕੱਢ ਲਿਆ? ਸਭ ਨੂੰ ਵੰਡ ਕੇ ਦੇਵਾਂਗੇ ਜੀ। ਹਾਂ, ਤੁਸੀਂ ਲੋੜ ਦੇਖੋ ਕਿ ਲੋੜ ਕਿਹਨੂੰ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖੀ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋੜ ਹੈ ਨਹੀਂ ਹੁਣ ਬਿਜਲੀ ਦੀ। ਹੁਣ ਨਹੀਂ ਲੋੜ, ਉੱਥੇ ਸਿਆਲਾਂ 'ਚ ਪੈਂਦੀ ਹੈ, ਉੱਥੇ ਤੁਸੀਂ ਉਸ ਵੇਲੇ ਦੇ ਦਿਓ। ਸੋ ਕੁੱਲ ਮਿਲਾ ਕੇ ਮੇਰਾ ਖਿਆਲ ਹੈ ਵੀ ਬਿਜਲੀ ਦੇ ਨਾਂ ਦੇ ਉੱਤੇ ਵੀ ਹੁਣ ਸਿਆਸਤ ਹੋ ਰਹੀ ਹੈ, ਪੋਲਿਟਿਕਸ ਹੋਣ ਲੱਗੀ ਹੈ, ਸਿਆਸਤ ਹੋਣ ਲੱਗੀ ਜੀ। ਪਰ ਭਗਵੰਤ ਮਾਨ ਨੂੰ ਚਾਹੀਦਾ ਕਿ ਕੁਝ ਥੋੜੇ ਜਿਹੇ ਸਖਤ ਹੋਣ, ਵਧੀਆ ਬੰਦੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਆਪਦੇ ਨੇੜੇ ਲਾਉਣ। ਨਹੀਂ, ਭਗਵੰਤ ਮਾਨ ਹੋਰਾਂ ਨੂੰ ਤਾਂ ਅਸੀਂ ਇਹੀ ਕਹਾਂਗੇ ਵੀ ਤੁਸੀਂ ਬਾਕੀ ਗੱਲ ਛੱਡੋ। ਤੁਸੀਂ ਬਾਕੀ ਗੱਲ ਛੱਡੋ, ਤੁਸੀਂ ਘੱਟੋ ਘੱਟ ਜਿਹੜਾ ਸੰਕਟ ਵਾਲੇ ਪਾਸੇ ਨੂੰ, ਉਹ ਬਾਕੀ ਜਿਹੜਾ ਨਾ ਦੌਰੇ ਦੂਰੇ ਕਰਨੇ ਹੈ, ਹਾਂ ਵੀ ਰੇੜੀਆਂ ਰੂੜੀਆਂ ਹਟਾਉਣ ਵਾਲਾ ਕੰਮ ਛੱਡੋ। ਸਕੂਲ ਕਾਲਜ ਮਗਰੋਂ ਦੇਖ ਲਿਓ, ਮਹੱਲਾ ਕਲੀਨਿਕ ਮਗਰੋਂ ਬਣਾ ਲਿਓ। ਪਹਿਲਾਂ ਕਿਹੜਾ ਇਹਦੇ ਜੋ ਸੰਕਟ ਚੋਂ ਕੱਢੋ ਜੀ, ਨੇ ਥੋੜੀਆਂ ਚੂੜਾ ਹਿਲਾ ਦੇਣੀ। ਬਿਲਕੁਲ, ਇਹ ਕਹਿੰਦੇ ਜੀ ਹੁਣ ਰੇੜੀਆਂ ਹਟਾਉਣੀਆਂ, ਪਹਿਲਾਂ ਤਾਂ ਮੋਟਰਸਾਈਕਲ ਵਾਲੀਆਂ ਹਟਾਈਆਂ, ਹੁਣ ਸੜਕਾਂ ਤੇ ਖੜੀਆਂ ਵੀ ਹਟਾ ਦੇਣੀਆਂ। ਅਖਬਾਰਾਂ ਦੇ ਵਿੱਚ ਕਿਤੇ ਨਾ ਕਹਿ ਦੇਣ ਜੀ ਰੁਜ਼ਗਾਰ ਦਿੰਨੇ ਅਸੀਂ ਤਾਂ ਨਹੀਂ, ਫਿਰ ਦੁਬਾਰਾ ਫਿਰ ਲਾ ਲਓ। ਹਾਂ ਇਹ ਵੀ ਹੋ ਸਕਦਾ ਕੱਲ ਨੂੰ ਇਹ ਨਾ ਹੋ ਜੇ, ਕਿਉਂਕਿ ਮੇਰਾ ਖਿਆਲ ਹੈ ਰੋਲ ਬੈਕ ਜਿੰਨਾ ਇਹਨਾਂ ਨੇ ਕੀਤਾ, ਇਹਨਾਂ ਕਦੇ ਕਿਸੇ ਸਰਕਾਰ ਨੇ ਅਜੇ ਤੱਕ ਕੀਤਾ ਨਹੀਂ। ਜੀ। ਤੇ ਢਿੱਲੋਂ ਸਾਹਿਬ, ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ਿਆਂ ਦਾ ਰੌਲਾ ਤਾਂ ਪੈਂਦਾ ਹੀ ਰਹਿੰਦਾ। ਹਾਂਜੀ। ਤੇ ਸਾਡੇ ਮੰਤਰੀ ਸਾਹਿਬ ਫਿਰ ਲੈ ਕੇ ਨਕਸ਼ਾ ਪਹੁੰਚ ਗਏ ਕੈਪਟਨ ਦੇ ਤੇ ਬਾਦਲਾਂ ਦੇ ਹੋਟਲ ਦੇ ਵਿੱਚ, ਕੈਪਟਨ ਦੇ ਮਹਿਲ ਤੇ ਬਾਦਲਾਂ ਦੇ ਹੋਟਲ ਜਿਹਦੇ ਕੋਲੇ, ਜਦੋਂ ਕਢਾਈ ਤਾਂ ਉਹ ਆਪਦੇ ਦੀ ਨਿਕਲੇ ਹੀ। ਤੇ ਉਹ ਕਈਆਂ ਦਾ ਜੀ, ਉਹ ਕਿਸੇ ਇੱਕ ਦਾ ਨਹੀਂ। ਆਹੋ, ਅੱਧੀ ਹੈ ਮੈਂ ਤੇਰੀ, ਅੱਧੀ ਉਹ ਉਸ ਤੱਕ ਕਈਆਂ ਕੁਛ ਹੁੰਦਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਸਾਡੇ ਯੂਟਿਊਬਰ ਹੈ ਜੀ, ਗੋਦੀ ਮੀਡੀਆ ਹੈ, ਉਹ ਕੱਲ ਦਾ ਨਾ ਬੜਾ ਤਿੰਗ ਕੇ ਬੋਲ ਰਿਹਾ ਹੈ। ਹਾਂ, ਦੇਖੋ ਜੀ ਸੁਖ ਵਿਲਾਸ ਤੇ ਸੀਸਮਾ ਫਾਰਮ, ਵੀ ਜਿਵੇਂ ਸੁਖ ਵਿਲਾਸ ਵੀ ਢਾਤਾ ਹੁੰਦਾ ਤੇ ਸੀਸਮਾ ਵੀ ਤਾਂ ਮਿੱਟੀ ਪਲੀਤੀ ਕਰਤੀ, ਬਲਡੋਜ਼ਰ ਫੇਰਤਾ, ਸਾਰਾ ਕੁਝ ਕਰਤਾ ਜੀ ਸਾਲ ਤੇ ਬੱਲੇ ਬੱਲੇ ਕਰਤੀ। ਭਗਵੰਤ ਸਿੰਘ ਮਾਨ ਜਿੰਦਾਬਾਦ। ਕਹਿੰਦੇ ਜੀ 29 ਏਕੜ ਜ਼ਮੀਨ ਛਡਵਾ ਲਈ ਅਸੀਂ। ਅੱਛਾ ਜੀ। ਉਹ ਹੈ ਵਿਚਾਲੇ, ਉਹਨਾਂ ਦੇ ਪਤਾ ਨਹੀਂ ਵਿਚਾਲੇ ਕਿੰਨੀ ਕਿੰਨੀ ਉਹ ਆਪਾਂ ਤਾਂ ਗਏ ਨਹੀਂ ਉੱਥੇ, ਆਪਾਂ ਤਾਂ ਖਬਰਾਂ ਵਾਲੀਆਂ ਗੱਲਾਂ ਆਪਾਂ ਤਾਂ ਬਸ, ਕਿਉਂਕਿ ਇਹ ਪਤਾ ਵੀ ਉਸ ਇਲਾਕੇ 'ਚ ਆ ਗਈ ਉਧਰ ਨੂੰ। ਮੇਰੇ ਖਿਆਲ ਪਿੰਡ ਵੀ ਕੋਈ ਨਾ ਹੋਰ ਹੈ, ਸੀਸਮਾ ਨਹੀਂ ਪਿੰਡ ਦਾ ਨਾ, ਪਿੰਡ ਹੋਰ ਹੈ। ਇਹ ਜਿਹੜਾ ਸੀਸਮਾ ਫਾਰਮ ਆ, ਸੀਸਮਾ ਪਿੰਡ 'ਚ ਉਹ ਪਿੰਡ ਕੋਈ ਹੋਰ ਹੈ ਜਿੱਥੇ ਦੀ ਇਹ ਗੱਲ ਕਰਦੇ ਜੀ। ਉਹ ਸਾਰਾ ਕੁਝ ਕਰਾਤਾ। ਲਓ ਜੀ, ਆਹ ਕੁਛ ਹੋ ਗਿਆ ਜੀ। ਕੱਲ ਖਬਰ ਆਈ ਕਿ ਇੱਕ ਕੈਪਟਨ, ਉੱਥੇ ਜੀ ਇੱਕ ਕੈਪਟਨ ਹੈ ਤੇ ਕੈਪਟਨ ਦਾ ਉੱਤੇ ਨਜਾਇਜ਼ ਕਬਜ਼ਾ ਸੀ। ਮੈਨੂੰ ਪਤਾ ਲੱਗਿਆ ਕਿਸੇ ਨੂੰ ਵੀ ਕੈਪਟਨ ਕੌਣ ਹੋਇਆ। ਇੱਕ ਵਾਰੀ ਮੈਨੂੰ ਕਿਸੇ ਨੇ ਪੁੱਛਿਆ ਕਿ ਪਰਲੇ ਪਾਸੇ ਇੱਕ ਕੈਪਟਨ ਰਹਿੰਦਾ ਹੈ, ਉਹ ਕੈਪਟਨ ਮਾਨ ਸਾਹਿਬ ਦੇ ਵੀ, ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੀ ਨੇੜੇ ਹੈ। ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਨੇੜੇ ਰਿਹਾ ਹੈ। ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ? ਮੈਂ ਵਿਚਾਰੇ ਨੂੰ ਕਦੇ ਮਿਲਿਆ ਨਹੀਂ। ਮੈਂ ਕਿਹਾ ਵੀ ਨਾਂ ਕੀ ਹੈ? ਕਹਿੰਦੇ ਦਾ ਨਾਂ ਕੈਪਟਨ ਚੰਨਣ ਸਿੰਘ। ਹਾਂ, ਚੰਨਣ ਸਿੰਘ। ਹਾਂ, ਮੈਂ ਕਿਹਾ ਯਾਰ ਮੈਂ ਤਾਂ ਕਦੇ ਮਿਲਿਆ ਨਹੀਂ, ਮੈਨੂੰ ਤਾਂ ਪਤਾ ਨਹੀਂ। ਤੇ ਕੱਲ ਦਾਨੇ ਵਾਲੀਆ ਸਾਹਿਬ ਮੇਰੇ ਵੀ ਦਿਮਾਗ 'ਚ ਉਹੀ ਵੱਜਿਆ ਵੀ ਉਹੀ ਨਾ ਹੋਵੇ। ਕੈਪਟਨ ਆ ਕੇ ਤੇ ਕੈਪਟਨ ਚੰਨਣ ਸਿੰਘ ਸਿੱਧੂ ਫੌਜੀ ਬੰਦਾ ਹੈ ਔਰ ਗੁਰਸਿੱਖ ਬੰਦਾ ਹੈ। ਮੈਂ ਉਹਦੀਆਂ ਵੀਡੀਓਜ਼ ਨਾਲੇ ਉਹ ਬੰਦਾ ਬੜਾ ਮਦਦਗਾਰ ਹੈ ਹਰੇਕ ਚੀਜ਼। ਹਾਂ, ਉਹ ਮਦਦਗਾਰ ਹੈ ਵੀ ਯਾਰ, ਉਹ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਲਓ ਜੀ, ਅੱਜ ਸਵੇਰੇ ਜਦੋਂ ਅਖਬਾਰ ਆ ਗਏ ਤੇ ਅਖਬਾਰ ਦੇਖ ਲਏ ਤੇ ਕਹਿੰਦੇ ਜੀ ਕੈਪਟਨ ਬਿਕਰਮ ਸਿੰਘ ਜੀ। ਕੈਪਟਨ ਬਿਕਰਮ ਸਿੰਘ ਵੀ ਇਹ ਕੌਣ ਹੋਇਆ? ਹੌਲੀ ਹੌਲੀ ਮੈਂ ਆਪਦਾ ਦਿਮਾਗ ਜਿਹਾ ਲੜਾਇਆ। ਫਿਰ ਨਿਕਲ ਆਈ ਜੀ ਗੱਲ ਵੀ ਮਾਝੇ 'ਚ ਪਿੰਡ ਹੈ ਜੀ, ਪੌਵਿੰਡ ਗਿਆ। ਇਹ ਕੈਪਟਨ ਬਿਕਰਮ ਸਿੰਘ ਪੌਵਿੰਡ ਗਿਆ। ਅੱਛਾ, ਉਹੀ ਜਿਹੜਾ ਤਰਨ ਤੋਂ ਉੱਥੋਂ ਬਲਟੋਹੇ ਤੋਂ ਆਮ ਆਦਮੀ ਪਾਰਟੀ ਦਾ 2017 'ਚ ਕੈਂਡੀਡੇਟ ਸੀ। ਤੇ ਇੱਥੇ ਉਹ ਆਏ ਸੀ ਕਿ ਮਿਲਣ ਕੇਜਰੀਵਾਲ ਨੂੰ, ਉਹ ਉੱਥੋਂ ਦੇ ਵੀ ਇਹ ਤਾਂ ਜੀ ਇਹਨੇ ਪੱਗ ਲਪੇੜਾ ਮਾਰ ਕੇ ਪੱਗ ਲਾਤੀ ਤੇ ਉਮੀਦਵਾਰ ਬਦਲੋ। ਕਹਿੰਦਾ ਨਹੀਂ ਯਹੀ ਚਲੇਗਾ, ਇनको भेज दो वापस। ਉਦੋਂ ਸੀ ਹਾਂ, ਜਦੋਂ ਕੈਂਡੀਡੇਟ ਬਣਾਇਆ ਗਿਆ ਬਲਟੋਹਾ ਤੋਂ ਜੀ। ਤੇ ਇਹ ਬਲਟੋਹਾ ਤੋਂ ਕੈਂਡੀਡੇਟ ਕਿਵੇਂ ਬਣ ਗਿਆ? ਦਾਨੇ ਵਾਲੀਆ ਸਾਹਿਬ, ਤੁਸੀਂ ਵੀਰ ਇੱਕ ਗੱਲ ਭੁੱਲ ਗਏ ਜੀ। ਉਦੋਂ ਇੱਕ ਚਰਚਾ ਹੋਰ ਵੀ ਚੱਲੀ ਸੀ। ਕਹਿੰਦੇ ਵੀ ਟਿਕਟ ਤਾਂ ਬੰਦੇ ਦੇ ਕੋਲੇ ਹੈਗੀ ਹੈ ਆਮ ਆਦਮੀ ਪਾਰਟੀ ਦੀ। ਅੱਛਾ ਜੀ। ਪਰ ਬੰਦਾ ਨਹੀਂ ਆਮ ਆਦਮੀ ਪਾਰਟੀ ਦਾ। ਹਾਂ, ਲੀਡਰ ਨਹੀਂ ਉਹਨਾਂ ਨਾਲ। ਕਹਿੰਦੇ ਕੀ? ਕਹਿੰਦੇ ਬੰਦਾ ਤਾਂ ਅਕਾਲੀ ਦਲ ਦਾ ਹੀ ਹੈ। ਅਕਾਲੀ ਦਲ ਦਾ। ਅੱਛਾ। ਉਹ ਕਹਿੰਦੇ ਵੀ ਟਿਕਟ ਕਿਉਂ? ਉਹ ਕਹਿੰਦੇ ਜੀ ਟਿਕਟ ਤਾਂ ਜਿਹੜੀ ਹੈ ਨਾ, ਉਹ ਆਪਣਾ ਮਨੀ ਰਾਮ ਬਾਗੜੀ, ਹਾਂ, ਉਹਦੀ ਬਦੌਲਤ ਕਹਿੰਦੇ ਵੀ ਟਿਕਟ ਦਵਾਤੀ ਆਮ ਆਦਮੀ ਪਾਰਟੀ ਵਾਲਿਆਂ ਨੇ, ਤਾਂ ਕਿ ਬਿਰਸਾ ਸਿੰਘ ਬਲਟੋਹਾ ਦੀ ਸੀਟ ਸਿਕਿਉਰ ਹੋ ਜੇ। ਅੱਛਾ।
2017 ਚ ਤੁਸੀਂ ਦੇਖ ਲਓ ਵਿਰਸਾ ਸੀ ਬਲਟੋਹਾ ਜਿੱਤ ਗਿਆ ਸੀ ਕਿ ਨਹੀਂ ਜਿੱਤਿਆ ਮੈਨੂੰ ਨਹੀਂ ਜਿੱਤਿਆ, ਪਤਾ। ਜਿੱਤ ਗਿਆ ਕਹਿੰਦੇ ਵੀ ਤਾਂ ਉਹਦੀ ਸੀਟ ਕਲੀਅਰ ਕਰਾਉਣ ਵਾਸਤੇ ਕੁਝ ਕੀਤੀ ਸੀ। ਅੱਜ ਜਿਹੜੀ ਹੈ ਪੰਜਾਬ ਲੋਕ ਕਾਂਗਰਸ ਉਹਨਾਂ ਨੇ ਕਹਿੰਦੇ ਨਹੀਂ ਜੀ ਬਲਟੋਹਾ ਨਹੀਂ ਜਿੱਤਿਆ ਸੀਗਾ ਜੀ, ਮੁੰਡਾ ਦੂਜਾ ਜਿੱਤ ਗਿਆ ਸੀ ਆਪਣਾ ਭੁੱਲਰ। ਚਲੋ ਮੈਨੂੰ ਨਹੀਂ ਪਤਾ ਕੌਣ ਜੀ, ਮੈਂ ਤਾਂ ਕਿ ਤੁਹਾਨੂੰ ਪੁੱਛਿਆ ਮੇਰੇ ਵੀ ਧਿਆਨ ਚ ਮੈਨੂੰ ਲੱਗਦਾ ਹੈ ਭੁੱਲਰ ਜਿੱਤਿਆ ਸੀ। ਉਹ ਅੱਜ ਉਹ ਕਹਿੰਦੇ ਜੀ ਪੰਜਾਬ ਲੋਕ ਕਾਂਗਰਸ ਵਾਲੇ ਕਹਿੰਦੇ ਜੀ ਤਾਂ ਬੰਦਾ ਹੀ ਆਮ ਆਦਮੀ ਵਾਲਾ ਦਾ ਸੀ ਜੀ, ਆਪਦੇ ਬੰਦੇ ਦੀ ਗੱਲ ਕਰ ਲਈ। ਉਹ ਜਦੋਂ ਆਮ ਆਦਮੀ ਪਾਰਟੀ ਵਾਲੇ ਨੇ ਗੱਲ ਕਹੀ ਵੀ ਉਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਹੀਂ ਇਹ ਸਾਡਾ ਨਹੀਂ, ਅਸੀਂ ਤੁਹਾਨੂੰ ਹਟਾਤਾ ਸੀ, ਕੱਢਤਾ ਸੀ, ਇਹ ਤਾਂ ਅਕਾਲੀ ਦਲ ਚ ਚਲਾ ਗਿਆ ਸੀ। ਚਲੋ ਅਕਾਲੀ ਦਲ ਵਾਲੀ ਵੀ ਗੱਲ ਹੋ ਗਈ। ਹੁਣ ਜਿਹੜੀ ਇੱਕ ਨਵੀਂ ਗੱਲ ਆ ਰਹੀ ਹੈ ਜੀ, ਕਹਿੰਦੇ ਕੁਲਦੀਪ ਸਿੰਘ ਭੁੱਲਰ ਸਾਹਿਬ ਜੀ ਇਹ ਵੀ ਮਾਝੇ ਨੂੰ ਬਿਲੋਂਗ ਕਰਦੇ ਤੇ ਉਹ ਵੀ ਮਾਝੇ ਨੂੰ ਬੁਲਾਉਂਦੇ, ਕਹਿੰਦੇ ਦੋਨਾਂ ਦੀ ਆਪਸ ਵਿੱਚ ਵੀ ਟਸਲ ਹੈ। ਟਸਲ, ਅੱਛਾ ਹੈ ਸ਼ਾਇਦ ਵਿੱਚੋਂ ਇਹ ਗੱਲ ਵੀ ਆ ਗਈ। ਤੇ ਹੁਣ ਬਿਕਰਮ ਸਿੰਘ ਦੀ ਇੱਕ ਨਵੀਂ ਸਟੇਟਮੈਂਟ ਆ ਗਈ ਹੈ ਕੈਪਟਨ ਸਾਹਿਬ ਦੀ ਜੀ, ਉਹ ਕਹਿੰਦੇ ਵੀ ਇਹ ਪੰਚਾਇਤੀ ਜ਼ਮੀਨ ਨਹੀਂ ਹੈ, ਅੱਛਾ ਜੀ, ਇਹ ਤਾਂ ਜਿਹੜੀ ਉਹ ਸ਼ਾਮਲਾਤ ਦੇ ਹੁੰਦੀ ਦੇਹ ਹੁੰਦੀ ਹੈ, ਹਾਂ, ਜਿਹੜੀ ਸ਼ਾਮਲਾਤ ਦੇ। ਲੋਕਾਂ ਦੀ ਜਿਹਦੇ ਚ ਆਪਦੀ ਹਿੱਸੇਦਾਰੀ ਹੁੰਦੀ ਹੈ। ਹਿੱਸੇਦਾਰੀ ਹੁੰਦੀ ਹੈ। ਉਹ ਕਹਿੰਦਾ ਮੈਂ ਤਾਂ ਪਿੰਡ ਦੇ ਲੋਕਾਂ ਤੋਂ ਖਰੀਦੀ ਹੈ, ਪਿੰਡ ਦੇ ਲੋਕਾਂ ਤੋਂ ਖਰੀਦੀ ਹੈ। ਔਰ ਕੱਲ ਪਿੰਡ ਦੇ ਲੋਕਾਂ ਨੇ ਇਹਦੇ ਖਿਲਾਫ ਵਿਰੋਧ ਵੀ ਕੀਤਾ ਸੀ ਵੀ ਤੁਸੀਂ ਸਾਡੀ ਜ਼ਮੀਨ ਕਿਉਂ ਲਈ ਨੇ। ਜੀ, ਕਹਿੰਦਾ ਕਾਗਜ਼ ਮੇਰੇ ਕੋਲੇ ਹੈਗੇ ਤੇ ਮੈਂ ਤਾਂ ਕੋਰਟ 'ਚ ਜਾ ਰਿਹਾ, ਧੱਕੇ ਨਾਲ ਮੇਰੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ। ਅੱਛਾ ਜੀ, ਮੇਰੇ ਖਿਆਲ ਮੁਤਾਬਕ ਦਾਨੇ ਵਾਲੀਆ ਸਾਹਿਬ ਜੀ ਆਪਾਂ ਇਹ ਗੱਲ ਦੇਖੀਏ ਤਾਂ ਇੱਕ ਨਵਜੋਤ ਸਿੰਘ ਸਿੱਧੂ ਨੇ ਕੱਲ ਬਹੁਤ ਵਧੀਆ ਗੱਲ ਕਹੀ, ਉਹਨੇ ਵਧਾਈ ਦਿੱਤੀ ਹੈ ਕੁਲਦੀਪ ਸਿੰਘ ਨੂੰ ਜੀ, ਵੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਬਿੱਟੂ ਨੇ ਵੀ ਵਧਾਈ ਦਿੱਤੀ, ਕਈ ਹੋਰਾਂ ਨੇ ਵੀ ਵਧਾਈ ਦਿੱਤੀ, ਪਰ ਨਵਜੋਤ ਸਿੰਘ ਸਿੱਧੂ ਕਹਿੰਦੇ ਜੀ 29 ਏਕੜਾਂ ਤੋਂ 29,000 ਏਕੜ ਤੱਕ ਆ ਜਾਓ ਥੋੜੇ ਜਿਹੇ ਉਧਰੋਂ ਅਫਸਰਾਂ ਕੰਨੀ ਨੂੰ ਵੀ ਹੋ ਜਾਓ ਥੋੜੇ ਜਿਹੇ। ਜਿਹੇ। ਹਾਂ ਤੁਸੀਂ ਹੁਣ ਅਫਸਰਾਂ ਵਾਲੀ ਗੱਲ ਹੈ। ਇੱਕ ਨਾ ਜਸਟਿਸ ਕੁਲਦੀਪ ਸਿੰਘ ਹਾਂਜੀ ਸੁਪਰੀਮ ਕੋਰਟ ਦੇ ਜੱਜ ਹੁੰਦੇ ਸੀ, ਹਾਂਜੀ ਸੀਗੇ, ਜਿਨ੍ਹਾਂ ਨੂੰ PIL ਵਾਲੇ ਜੱਜ ਵੀ ਕਹੇ ਜੀ, ਬੜੇ ਮੰਨੇ ਪਰ ਬੰਨੇ ਉਹਨਾਂ ਦੀਆਂ ਅੱਜ ਵੀ ਉਹਨਾਂ ਦੀਆਂ ਜਿਹੜੀਆਂ ਕੁਝ ਨੋਟਿੰਗਸ ਨੇ ਜਾਂ ਉਹਨਾਂ ਦੇ ਫੈਸਲੇ ਮੰਨੇ ਜਾਂਦੇ। ਪਬਲਿਕ ਇੰਟਰਸਟ ਲਿਟੀਗੇਸ਼ਨ ਦੀਆਂ ਜਿਹੜੀਆਂ ਹੈਗੀਆਂ ਪਟੀਸ਼ਨਾਂ ਇਹਨਾਂ ਨੇ ਲੈਣੀਆਂ ਸ਼ੁਰੂ ਕੀਤੀਆਂ ਸੀ। ਔਰ ਵਾਤਾਵਰਣ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਬੜੇ ਸਖਤ ਸੀਗੇ। ਇਹ ਹੋਇਆ ਕਿ ਜਸਟਿਸ ਰਣਜੀਤ ਸਿੰਘ ਜਿਹੜੇ ਕਮਿਸ਼ਨ ਦੇ ਬੇਅਦਬੀ ਕਮਿਸ਼ਨ ਦੇ ਵੀ ਮੁਖੀ ਸੀ, ਉਹ ਜਿਹੜੇ ਰਿਟਾਇਰ ਨਹੀਂ ਹੋਏ ਸੀ, ਹਾਈ ਕੋਰਟ ਦੇ ਵਿੱਚ ਹੁੰਦੇ ਸੀ। ਇਹੋ ਜਿਹਾ ਮਾਮਲਾ ਉਹਨਾਂ ਦੇ ਧਿਆਨ ਚ ਆ ਗਿਆ ਜੀ, ਵੀ ਆ ਮੋਹਾਲੀ ਦੇ ਆਲੇ ਦੁਆਲੇ ਕੀ ਹੋ ਰਿਹਾ ਹੈ, ਚੰਡੀਗੜ੍ਹ ਦੇ ਆਲੇ ਦੁਆਲੇ ਕੀ ਹੋ ਰਿਹਾ ਜੀ। ਉਹਨਾਂ ਨੇ ਜਸਟਿਸ ਕੁਲਦੀਪ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਟ੍ਰਿਬਿਊਨਲ ਬਣਾਤਾ ਸੀ, ਅੱਛਾ ਜੀ, ਹਾਈ ਕੋਰਟ ਵੱਲੋਂ, ਕਿ ਜਨਾਬ ਜਰਾ ਪਤਾ ਤਾਂ ਕਰੋ ਕਿ ਜਿਹੜੀਆਂ ਪੰਚਾਇਤਾਂ ਦੀਆਂ ਜਾਂ ਸਾਂਝੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਿੰਨਾ ਕੁ ਕਿਹਦਾ ਹੈ। ਲਓ ਜੀ ਦਾਨੇ ਵਾਲੀਆ ਸਾਹਿਬ ਚੰਦਰ ਸ਼ੇਖਰ ਜੀ IPS ਅਫਸਰ ਹੁੰਦੇ ਸੀ, ਆਪਣੇ ਬਠਿੰਡੇ ਰਹਿ ਕੇ ਗਏ SSP 87 ਦੇ, ਮੇਰਾ ਖਿਆਲ ਹੈ ਵੀ ਉਹ DGP ਲੈਵਲ ਤੱਕ ਪਹੁੰਚ ਗਏ ਸੀ। ਹਾਂ, ਉਹ ਵੀ ਉਹਨਾਂ ਨੂੰ ਵੀ ਇਨਕੁਆਰੀ ਮਾਰਕ ਹੋ ਗਈ, ਉਹ ਨਾਲ ਸ਼ਾਇਦ ਇਹਨਾਂ ਨੂੰ ਨਾਲ ਅਟੈਚ ਕਰਤੇ ਸੀ। ਉਹਨਾਂ ਨੇ ਜਿਹੜੀ ਇਨਕੁਆਰੀ ਦਿੱਤੀ ਤੇ ਜਸਟਿਸ ਕੁਲਦੀਪ ਸਿੰਘ ਨੇ ਆਪਦੀ ਰਿਪੋਰਟ ਦਾ ਹਿੱਸਾ ਬਣਾਇਆ। ਉਹਦੇ ਵਿੱਚ ਉਹ ਕੀ ਕਹਿੰਦੇ ਹੈ, ਉਹ ਕਹਿੰਦੇ ਜੀ ਚੰਡੀਗੜ੍ਹ ਦੇ ਆਲੇ ਦੁਆਲੇ ਮੋਹਾਲੀ ਦੇ ਜਿਹੜੇ ਹੈਗੇ ਆ, ਮੋਹਾਲੀ ਰੋਪੜ ਦੇ ਜ਼ਿਲ੍ਹੇ ਦੇ ਵਿੱਚ ਇੱਥੇ 50,000 ਏਕੜ ਜ਼ਮੀਨ ਹੈ ਜਿਹੜੀ ਉਹ ਨਜਾਇਜ਼ ਕਬਜ਼ੇ 'ਚ ਹੈ। ਔਰ ਉਹ 50,000 ਏਕੜ ਕਿੰਨਾ ਲੋਕਾਂ ਦੇ ਨਜਾਇਜ਼ ਕਬਜ਼ੇ 'ਚ ਹੈ। ਉਹ ਤਾਂ ਫਿਰ ਆਪਣੇ ਤੁਹਾਡੇ ਮੇਰੇ ਵਰਗੇ ਤੇ ਤਾਂ ਹੋ ਨਹੀਂ ਸਕਦੀ। ਨਹੀਂ, ਸਾਨੂੰ ਤਾਂ ਕੋਈ ਖੜ ਨਹੀਂ ਦਿੰਦਾ ਉੱਥੇ, ਤਾਂ ਗੱਲ ਹੀ ਛੱਡੋ। ਉਹਦੇ ਵਿੱਚ ਰਾਜਨੀਤਿਕ ਲੋਕ ਵੀ ਹੈਗੇ ਆ, ਹਾਂਜੀ, ਉਹਦੇ ਵਿੱਚ ਬਿਊਰੋਕਰੇਟਿਕ ਵੀ ਹੈਗੇ, ਤੇ ਬਿਊਰੋਕਰੇਟਿਕ ਦੋਨੋਂ ਕਿਸਮ ਦੇ ਆ, IAS ਵੀ ਹੈ ਤੇ IPS ਵੀ ਹੈ, ਰਿਟਾਇਰਡ ਵੀ ਹੈ ਤੇ ਸਰਵਿੰਗ ਵੀ ਹੈ। ਹੁਣ ਉਹ ਜਿਹੜੀ ਇੱਕ ਕਹਿੰਦੇ ਰਿਟਾਇਰਡ ਨੇ ਤਾਂ ਉੱਤੇ ਬੜਾ ਤਕੜਾ ਆਲੀਸ਼ਾਨ ਮੈਰਿਜ ਪੈਲੇਸ ਟਾਈਪ ਬਣਾਇਆ, ਬਟ ਮੈਂ ਕਹਿੰਦਾ ਉਹੀ ਗੱਲ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਧਾਲੀਵਾਲ ਸਾਹਿਬ 29 ਏਕੜਾਂ ਤੋਂ 29,000 ਤੇ ਆਓ ਪਹੁੰਚੋ, ਮੰਨਾਂਗੇ ਤਾਂ। ਧਾਲੀਵਾਲ ਸਾਹਿਬ ਕਹਿੰਦੇ ਹੁਣ ਅਸੀਂ ਹਰ ਮਹੀਨੇ ਜ਼ਮੀਨ ਖਾਲੀ ਕਰਾਇਆ ਕਰਾਂਗੇ, ਹਰ ਮਹੀਨੇ ਕਰਾਇਆ ਕਰਾਂਗੇ। ਜੇ 29 ਏਕੜ ਕਰਾਉਣ ਲੱਗੇ ਮੇਰਾ ਬਸ ਖਿਆਲ ਹੈ 5 ਸਾਲਾਂ ਦੀ ਨਹੀਂ ਕਰਵਾ ਇੰਨੀ ਕਰਾ ਲਾਂਗੇ ਬਸ, ਠੀਕ ਹੈ। ਬਾਹਰੋਂ 36 350 ਕਿੱਲਾ ਕਰਾਉਣਗੇ ਤੇ ਚਲੋ 400 ਲਾ ਲਓ ਤੇ 5 ਸਾਲਾਂ 'ਚ 2,000 ਏਕੜ। ਚਲੋ ਇਹ ਆਪਾਂ ਗਿਣਤੀ ਕਰ ਦਿੰਦੇ, ਚਲੋ ਆਪਾਂ ਗਿਣਤੀ ਕਰਕੇ ਕਰ ਲੈਂਦੇ, ਪਰ ਗੱਲ ਤਾਂ ਜਿਹੜੀ 50,000 ਏਕੜ ਦਾ ਕੀ ਬਣਦਾ, ਜਿਹੜਾ ਪੰਜਾਬ ਦਾ ਜਿੰਨਾ ਕਰਜ਼ਾ ਪੰਜਾਬ ਦਾ ਉਹ ਤਾਂ ਦੱਬੀ, ਉਹ ਤਾਂ ਨਿਕਲ ਗਿਆ। ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਘਰ ਢਾ ਦਿਓ, ਜਿਨ੍ਹਾਂ ਨੇ ਸਾਰਾ ਕੁਝ ਕਰ ਲਿਆ ਘੱਟੋ ਘੱਟ ਉਹਨਾਂ ਤੋਂ ਕੀਮਤ ਤਾਂ ਵਸੂਲ ਲਓ। ਉਹ ਕੀਮਤ ਵਸੂਲ ਕੇ ਜਿਹੜਾ ਤੁਹਾਡੇ ਸਿਰ ਕਰਜ਼ਾ ਭਾਈ ਉਹ ਕਰਜ਼ਾ ਆਪਦਾ ਲਾ ਦਿਓ ਜੀ। ਸੋ ਇਹ ਹੈ ਜੀ ਸਾਰੀਆਂ ਗੱਲਾਂ ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਫਿਰ ਤੁਹਾਨੂੰ ਮਿਲਦੇ ਆ, ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਸੋ